ਹਾਊ ਡੂ ਯੂ ਸੀ ਜਥੇਦਾਰ ਸਾਹਿਬ ਜੀ ਦਾ ਇਹ ਬਿਆਨ ਕਿ ਸਿੱਖਾਂ ਨੂੰ ਹਥਿਆਰਬੰਦ ਹੋਣ ਦੀ ਜ਼ਰੂਰਤ ਹੈ, ਹਾਲਾਤ ਬਦਲ ਚੁੱਕੇ ਆ। ਮੈਨੂੰ ਖੁਦ ਨੂੰ ਜਥੇਦਾਰ ਸਾਹਿਬ ਦਾ ਇਹ ਬਿਆਨ ਮੈਂ ਕਹੂੰਗਾ ਕਿ ਬਹੁਤ ਜ਼ਿਆਦਾ ਹਜਮ ਨਹੀਂ ਹੋਇਆ ਜਾਂ ਮੈਨੂੰ ਸਮਝ ਨਹੀਂ ਆਇਆ, ਕਿਉਂਕਿ ਵੈਸੇ ਤਾਂ ਉਹ ਬਹੁਤ ਵੱਡੇ ਵਿਦਵਾਨ ਨੇ ਔਰ ਉਹਨਾਂ ਦੀ ਸਿੱਖ ਵਿਦਵਾਨ ਦੇ ਤੌਰ ਤੇ ਬੜੀ ਉਹਨਾਂ ਦੀ ਅਹਿਮੀਅਤ ਹੈ। ਲੇਕਿਨ ਪਿਛਲੇ ਕਾਫੀ ਅਰਸੇ ਤੋਂ ਅਸੀਂ ਦੇਖਿਆ ਵਾਰ-ਵਾਰ ਉਹਨਾਂ ਨੇ ਕੁਝ ਇਹੋ ਜਿਹੇ ਬਿਆਨ ਦਿੱਤੇ ਆ ਜਿਹੜੇ ਪੋਲੀਟੀਕਲੀ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਜਿਵੇਂ ਉਹ ਸਾਜ਼ਿਸ਼ ਹੋ ਰਹੀ ਹੈ, ਸ਼ਰਾਰਤ ਹੋ ਰਹੀ ਹੈ। ਪੰਜਾਬ ਦੇ ਅੰਦਰ ਜਿਹੜੇ ਨਾਰਮਲ ਹਾਲਾਤ ਹੈ ਉਹਨਾਂ ਦੇ ਉੱਪਰ 2-3 ਵਾਰ ਉਹਨਾਂ ਨੇ ਅਜਿਹੇ ਬਿਆਨ ਦਿੱਤੇ ਨੇ ਜਿੱਥੋਂ ਥੋੜ੍ਹਾ ਜਿਹਾ ਸ਼ੱਕ ਹੋਣ ਲੱਗ ਪੈਂਦਾ ਕਿ ਜਿਵੇਂ ਉਹ ਚਾਹੁੰਦੇ ਨੇ ਕਿ ਇੱਥੇ ਥੋੜ੍ਹਾ ਜਿਹਾ ਰੌਲਾ ਪਵੇ, ਕੋਈ ਕਿਸੇ ਕਿਸਮ ਦੀ ਕਿਤੇ ਨਾ ਕਿਤੇ ਉਹਨਾਂ ਦੀ ਜਾਂ ਉਹਨਾਂ ਨੇ ਅਚੇਤ ਰੂਪ ਵਿੱਚ ਇਹ ਬਿਆਨ ਦਿੱਤੇ ਤੇ ਕਿਤੇ ਨਾ ਕਿਤੇ ਜੁੜ ਗਏ। ਪੰਜਾਬ ਦੇ ਅੰਦਰ ਜਿਹੜੇ ਨਾਰਮਲ ਹਾਲਾਤ ਹੈ ਉਹਨਾਂ ਦੇ ਉੱਪਰ 2-3 ਵਾਰ ਉਹਨਾਂ ਨੇ ਅਜਿਹੇ ਬਿਆਨ ਦਿੱਤੇ ਨੇ ਜਿੱਥੋਂ ਥੋੜ੍ਹਾ ਜਿਹਾ ਸ਼ੱਕ ਹੋਣ ਲੱਗ ਪੈਂਦਾ ਕਿ ਜਿਵੇਂ ਉਹ ਚਾਹੁੰਦੇ ਨੇ ਕਿ ਇੱਥੇ ਥੋੜ੍ਹਾ ਜਿਹਾ ਰੌਲਾ ਪਵੇ, ਕੋਈ ਕਿਸੇ ਕਿਸਮ ਦੀ ਕਿਤੇ ਨਾ ਕਿਤੇ ਉਹਨਾਂ ਦੀ ਜਾਂ ਉਹਨਾਂ ਨੇ ਅਚੇਤ ਰੂਪ ਵਿੱਚ ਇਹ ਬਿਆਨ ਦਿੱਤੇ ਤੇ ਕਿਤੇ ਨਾ ਕਿਤੇ ਜੁੜ ਗਏ। ਨਹੀਂ, ਕਿਹੋ ਜਿਹੇ ਹਾਲਾਤ ਸਮਝ ਤੋਂ ਬਾਹਰ ਹੈ। ਇਹੀ ਚੀਜ਼ ਤਾਂ ਸਮਝ ਨਹੀਂ ਆ ਰਹੀ। ਦੋ ਗੱਲਾਂ ਨੇ, ਅਸੀਂ ਮੰਨ ਲੈਂਦੇ ਹਾਂ ਕਿ ਉਹ ਕਹਿ ਰਹੇ ਆ ਕਿ ਦੇਸ਼ ਦੇ ਅੰਦਰ ਇੰਟੋਲਰੈਂਸ ਦਾ ਮਾਹੌਲ ਹੈ, ਬਹੁ ਗਿਣਤੀ ਧੱਕੇ ਦੇ ਨਾਲ ਦਬਾਈ ਜਾ ਰਹੀ ਹੈ, ਮਾਈਨੋਰਟੀਜ਼ ਨੂੰ ਸ਼ਾਇਦ ਉਹ ਇਹਦੀ ਗੱਲ ਕਰਦੇ ਹੋਣ, ਉਹ ਮਾਈਨੋਰਟੀਜ਼ ਦੇ ਉੱਪਰ ਕੋਈ ਖਤਰਾ ਦੇਖਦੇ ਹੋਣ। ਠੀਕ ਹੈ, ਜੇ ਉਹ ਇਸ ਚੀਜ਼ ਨੂੰ ਦੇਖ ਰਹੇ ਹੈਗੇ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਕੋਈ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ, ਮੇਬੀ ਜੇ ਉਹ ਕਹਿੰਦੇ ਨੇ ਕਿ ਸਿੱਖਾਂ ਨੂੰ ਹਥਿਆਰ ਖਰੀਦਣੇ ਚਾਹੀਦੇ ਤਾਂ ਇਟ ਮੀਨਸ ਸਿੱਖਾਂ ਨੂੰ ਬਤੌਰ ਸਿੱਖ ਕੋਈ ਖਤਰਾ ਹੈ। ਉਹ ਕਹਿ ਰਹੇ ਨੇ ਕਿ ਇਸ ਦੇਸ਼ ਵਿੱਚ ਮਾਈਨੋਰਿਟੀ ਨੂੰ, ਸਿੱਖਾਂ ਨੂੰ ਬਤੌਰ ਮਾਈਨੋਰਿਟੀ ਖਤਰਾ ਹੈ। ਠੀਕ ਹੈ, ਤਾਂ ਫਿਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖਾਂ ਨੂੰ ਬਤੌਰ ਮਾਈਨੋਰਿਟੀ ਬਹੁਤ ਦੇਰ ਤੋਂ ਖਤਰਾ ਹੈ। ਠੀਕ ਹੈ, ਵਾਰ-ਵਾਰ ਅਸੀਂ ਹਥਿਆਰ ਚੁੱਕੇ, ਅਸੀਂ 84 ਵਿੱਚ ਵੀ ਹਥਿਆਰ ਚੁੱਕ ਕੇ ਦੇਖ ਲਏ, ਤੇ ਜੇ ਸਾਡੇ ਕੋਲੋਂ ਉਹ ਤਰਕੀਬ ਹਥਿਆਰਾਂ ਵਾਲੀ ਕਾਮਯਾਬ ਨਹੀਂ ਹੋ ਰਹੀ ਤਾਂ ਸਵਾਲ ਇਹ ਹੈ ਕਿ ਹੁਣ ਕਾਹਦੇ ਲਈ ਹਥਿਆਰ? ਸਾਡੇ ਉੱਪਰ ਸਿਸਟੈਮਿਕ ਵਾਇਲੈਂਸ ਜ਼ਰੂਰ ਹੋ ਰਹੀ ਹੈ, ਵੀ ਸਟੇਟ ਆਪਣੇ ਸਿਸਟਮ ਦੇ ਥਰੂ ਇੱਕ ਵਾਇਲੈਂਸ ਕਰ ਰਹੀ ਹੈ, ਪਰ ਇਦਾਂ ਦਾ ਕੋਈ ਖਤਰਾ ਨਹੀਂ ਕਿ ਕੋਈ ਕਿਸੇ ਨੂੰ ਫੜ ਕੇ ਜਾਨੋਂ ਮਾਰਿਆ। ਖਾਸ ਤੌਰ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਸ਼ਾਂਤੀ ਹੈ ਔਰ ਆਪਾਂ ਖੁਸ਼ ਹਾਂ ਇਸ ਚੀਜ਼ ਦੇ ਨਾਲ। ਹਾਸਲ ਕੀ ਕੀਤਾ? ਆਪਣੇ ਲਈ ਖੱਟਿਆ, ਆਪਣੇ ਲਈ। ਠੀਕ ਹੈ, ਉਹਨਾਂ ਨੇ ਦੇਸ਼ ਬਚਾਇਆ, ਕੌਮ ਬਚਾਈ, ਵਾਰ-ਵਾਰ ਕੁਰਬਾਨੀਆਂ ਕੀਤੀਆਂ, ਲੇਕਿਨ ਲਗਾਤਾਰ ਲੜਦੇ ਰਹੇ। ਕਈ ਵਾਰੀ ਨਹੀਂ ਵੀ ਲੋੜ ਸੀ ਉਦੋਂ ਵੀ ਲੜੇ, ਔਰ ਜਿਨ੍ਹਾਂ ਲਈ ਲੜੇ ਅੱਜ ਉਹੀ ਕਹਿੰਦੇ ਐਵੇਂ ਲੜਦੇ ਰਹਿੰਦੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਬੀਤੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਜੀ ਨੇ ਇੱਕ ਬਿਆਨ ਦਿੱਤਾ। 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਦੇ ਉੱਤੇ ਉਹਨਾਂ ਨੇ ਇੱਕ ਮੋਨੋਲੋਗ ਆਪਣਾ ਸੰਗਤਾਂ ਦੇ ਲਈ ਰਿਲੀਜ਼ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਸਿੱਖਾਂ ਨੂੰ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਜੋ ਅੱਜ ਕੱਲ੍ਹ ਹਾਲਾਤ ਬਣ ਚੁੱਕੇ ਨੇ, ਹਥਿਆਰਬੰਦ ਹੋਣ ਦੀ ਜ਼ਰੂਰਤ ਹੈ, ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਆ। ਇਹ ਗੱਲ ਉਹਨਾਂ ਨੇ ਗੁਰੂ ਮਹਾਰਾਜ ਜੀ ਦੇ ਸੰਦਰਭ ਦੇ ਵਿੱਚ ਕਹੀ ਕਿ ਉਹਨਾਂ ਨੇ 4 ਯੁੱਧ ਲੜੇ ਸੀ, ਯੁੱਧਾਂ ਤੇ ਜਿੱਤ ਪ੍ਰਾਪਤ ਕੀਤੀ ਉਸ ਸਮੇਂ ਦੀਆਂ ਹਕੂਮਤਾਂ ਦੇ ਖਿਲਾਫ, ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਸ਼ਸਤਰਧਾਰੀ ਕੀਤਾ ਔਰ ਉਹਨਾਂ ਨੂੰ ਤਲਵਾਰਬਾਜ਼ੀ ਸਿਖਾਈ, ਗੱਤਕੇ ਸਿਖਾਏ ਐਂਡ ਘੋੜਸਵਾਰੀ ਸਿਖਾਈ। ਮੈਂ ਮਨਵੀਰ ਕੌਰ, ਮੇਰੇ ਨਾਲ ਡਾਕਟਰ ਪਾਲੀ ਭੁਪਿੰਦਰ ਸਿੰਘ ਜੀ। ਸਾਡਾ ਚੈਨਲ ਪਲੱਸ ਟੀਵੀ, ਸਾਡਾ ਇਹ ਸ਼ੋਅ ਪੰਜਾਬ ਪਲੱਸ ਕਿਤੇ ਵੀ ਸ਼ਾਇਦ ਇਹ ਔਕਾਤ ਨਹੀਂ ਰੱਖਦੇ ਕਿ ਅਸੀਂ ਆਪਣੀ ਸਿਰਮੌਰ ਜਥੇਬੰਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਆਲੋਚਨਾ ਕਰ ਸਕੀਏ, ਔਰ ਅਸੀਂ ਬਹੁਤ ਮਾਣ ਸਨਮਾਨ ਉਹਨਾਂ ਦਾ ਕਰਦੇ ਹਾਂ, ਔਰ ਨਾ ਹੀ ਸਾਡੀ ਇੱਦਾਂ ਦੀ ਕੋਈ ਮਨਸ਼ਾ ਸਿਰਫ ਇੰਨੀ ਹੈ ਕਿ ਇਹ ਜਿਹੜਾ ਵਿਚਾਰ ਹੈ ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ, ਥੋੜੇ ਜਿਹੇ ਹਵਾਲੇ ਇਤਿਹਾਸ ਤੋਂ, ਔਰ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਉਹਨੂੰ ਕੈਰੀ ਫਾਰਵਰਡ ਕਰਨਾ ਚਾਹੀਦਾ। ਸੋ ਸਟਾਰਟ ਕਰਦੇ ਹਾਂ। ਮੈਂ ਪਹਿਲਾ ਸਵਾਲ ਪਾਲੀ ਭੁਪਿੰਦਰ ਜੀ ਵੱਲ ਇਹੀ ਲੈ ਕੇ ਜਾਵਾਂਗੀ। ਹਾਊ ਡੂ ਯੂ ਸੀ ਜਥੇਦਾਰ ਸਾਹਿਬ ਜੀ ਦਾ ਇਹ ਬਿਆਨ ਕਿ ਸਿੱਖਾਂ ਨੂੰ ਹਥਿਆਰਬੰਦ ਹੋਣ ਦੀ ਜ਼ਰੂਰਤ ਹੈ, ਹਾਲਾਤ ਬਦਲ ਚੁੱਕੇ ਆ? ਮੈਨੂੰ ਖੁਦ ਨੂੰ ਜਥੇਦਾਰ ਸਾਹਿਬ ਦਾ ਇਹ ਬਿਆਨ ਮੈਂ ਕਹੂੰਗਾ ਕਿ ਬਹੁਤ ਜ਼ਿਆਦਾ ਹਜਮ ਨਹੀਂ ਹੋਇਆ ਜਾਂ ਮੈਨੂੰ ਸਮਝ ਨਹੀਂ ਆਇਆ, ਕਿਉਂਕਿ ਵੈਸੇ ਤਾਂ ਉਹ ਬਹੁਤ ਵੱਡੇ ਵਿਦਵਾਨ ਨੇ ਔਰ ਉਹਨਾਂ ਦੀ ਸਿੱਖ ਵਿਦਵਾਨ ਦੇ ਤੌਰ ਤੇ ਬੜੀ ਉਹਨਾਂ ਦੀ ਅਹਿਮੀਅਤ ਹੈ। ਲੇਕਿਨ ਪਿਛਲੇ ਕਾਫੀ ਅਰਸੇ ਤੋਂ ਅਸੀਂ ਦੇਖਿਆ ਵਾਰ-ਵਾਰ ਉਹਨਾਂ ਨੇ ਕੁਝ ਇਹੋ ਜਿਹੇ ਬਿਆਨ ਦਿੱਤੇ ਆ ਜਿਹੜੇ ਪੋਲੀਟੀਕਲੀ ਕਿਤੇ ਨਾ ਕਿਤੇ ਇਦਾਂ ਲੱਗਦਾ ਕਿ ਜਿਵੇਂ ਉਹ ਸਾਜ਼ਿਸ਼ ਹੋ ਰਹੀ ਹੈ, ਸ਼ਰਾਰਤ ਹੋ ਰਹੀ ਹੈ। ਪਤਾ ਨਹੀਂ ਉਹ ਦਿੱਤੇ ਉਹਨਾਂ ਨੇ, ਦਵਾਏ ਗਏ, ਜਾਂ ਉਹਨਾਂ ਨੇ ਅਚੇਤ ਹੀ ਕੁਝ ਗੱਲਾਂ ਕਹੀਆਂ ਜਿਹੜੀਆਂ ਕਿ ਰਾਜਨੀਤੀ ਨਾਲ ਜੁੜ ਗਈਆਂ। ਤਾਂ ਮੈਂ ਇਸ ਬਿਆਨ ਨੂੰ ਵੀ ਕਿਤੇ ਨਾ ਕਿਤੇ ਉਸੇ ਰੌਸ਼ਨੀ ਵਿੱਚ ਹੀ ਦੇਖਦਾ। ਮੈਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਜਿਹੜੇ ਨਾਰਮਲ ਹਾਲਾਤ ਹੈ ਉਹਨਾਂ ਦੇ ਉੱਪਰ 2-3 ਵਾਰ ਉਹਨਾਂ ਨੇ ਅਜਿਹੇ ਬਿਆਨ ਦਿੱਤੇ ਨੇ ਜਿੱਥੋਂ ਥੋੜ੍ਹਾ ਜਿਹਾ ਸ਼ੱਕ ਹੋਣ ਲੱਗ ਪੈਂਦਾ ਕਿ ਜਿਵੇਂ ਉਹ ਚਾਹੁੰਦੇ ਨੇ ਕਿ ਇੱਥੇ ਥੋੜ੍ਹਾ ਜਿਹਾ ਰੌਲਾ ਪਵੇ, ਕੋਈ ਕਿਸੇ ਕਿਸਮ ਦੀ ਕਿਤੇ ਨਾ ਕਿਤੇ ਉਹਨਾਂ ਦੀ, ਜਾਂ ਉਹਨਾਂ ਨੇ ਅਚੇਤ ਰੂਪ ਵਿੱਚ ਇਹ ਬਿਆਨ ਦਿੱਤੇ ਤੇ ਕਿਤੇ ਨਾ ਕਿਤੇ ਜੁੜ ਗਏ। ਕੁਛ ਤਾਂ ਅਜਿਹਾ ਹੈ ਜਿਹੜਾ ਕਿ ਹਜਮ ਨਹੀਂ ਹੁੰਦਾ। ਨਹੀਂ, ਇਹ ਬਿਆਨ ਜਿਹੜਾ ਹੈਗਾ ਉਹਨਾਂ ਦਾ ਨਾਰਮਲ ਬਿਆਨ ਨਹੀਂ ਹੈ,
ਔਰ ਪੋਲੀਟੀਕਲੀ ਵੀ ਇਸ ਦਾ ਕਾਫੀ ਵਿਰੋਧ ਹੋਇਆ। ਮੈਂ ਵੀ ਸਮਝਦਾ ਕਿ ਇਹ ਬਿਆਨ ਸਧਾਰਨ ਮੈਂ ਬਿਆਨ ਸੋਸ਼ਲ ਮੀਡੀਆ ਤੇ ਵੀ ਦੇਖ ਰਹੀ ਸੀ, ਕਈ ਲੋਕਾਂ ਨੇ ਇਹਦੇ ਪਿੱਛੇ ਰਾਜਨੀਤੀ ਦੀ ਬੋ ਆਉਂਦੀ ਕਿਹਾ ਲਿਖਿਆ ਹੋਇਆ ਸੀ ਲੋਕਾਂ ਨੇ। ਅਸੀਂ ਉਸ ਚੀਜ਼ ਦੇ ਬਾਰੇ ਕੁਝ ਕਹਿ ਨਹੀਂ ਸਕਦੇ। ਜਥੇਦਾਰ ਸਾਹਿਬ ਸਾਡੇ ਲਈ ਤਾਂ ਇੱਕ ਸਿਰਮੌਰ ਸਿੱਖਾਂ ਦੀ ਜਥੇਬੰਦੀ ਦੇ ਪ੍ਰਧਾਨ ਇੱਕ ਬਹੁਤ ਵੱਡੀ ਪੋਸਟ ਦੇ ਉੱਤੇ ਆ, ਜਿਹੜੇ ਉਸ ਤੋਂ ਉੱਪਰ ਕੁਝ ਹੈ ਹੀ ਨਹੀਂ ਜੀ। ਪਰ ਦ ਪੁਆਇੰਟ ਅਲਟੀਮੇਟਲੀ ਕਮਸ, ਜਿਹੜੀ ਉਹਨਾਂ ਨੇ ਗੱਲ ਕਹੀ ਕਿ ਹਾਲਾਤਾਂ ਦੇ ਮੱਦੇਨਜ਼ਰ, ਕਿਉਂਕਿ ਹਾਲਾਤ ਐਦਾਂ ਦੇ ਬਣ ਚੁੱਕੇ ਆ ਤਾਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਲੈਣੇ ਚਾਹੀਦੇ ਆ। ਹਾਲਾਤ ਕੀ ਬਣ ਚੁੱਕੇ ਆ ਦੇਸ਼ 'ਚ? ਤੁਹਾਨੂੰ ਲੱਗਦਾ ਕੁਝ ਐਦਾਂ ਦਾ ਹੋਇਆ ਕਿ ਜਿਹੜੇ ਸਿੱਖ ਆ ਹੁਣ ਉਹਨਾਂ ਨੂੰ ਹਥਿਆਰਬੰਦ ਹੋਣ ਦੀ ਲੋੜ ਹੈ? ਨਹੀਂ, ਕਿਹੋ ਜਿਹੇ ਹਾਲਾਤ ਸਮਝ ਤੋਂ ਬਾਹਰ ਹੈ। ਇਹੀ ਚੀਜ਼ ਤਾਂ ਸਮਝ ਨਹੀਂ ਆ ਰਹੀ। ਦੋ ਗੱਲਾਂ ਨੇ। ਅਸੀਂ ਮੰਨ ਲੈਂਦੇ ਹਾਂ ਕਿ ਉਹ ਕਹਿ ਰਹੇ ਆ ਕਿ ਦੇਸ਼ ਦੇ ਅੰਦਰ ਇੰਟੋਲਰੈਂਸ ਦਾ ਮਾਹੌਲ ਹੈ, ਬਹੁ ਗਿਣਤੀ ਧੱਕੇ ਦੇ ਨਾਲ ਦਬਾਈ ਜਾ ਰਹੀ ਹੈ। ਮਾਈਨੋਰਟੀਜ਼ ਨੂੰ ਸ਼ਾਇਦ ਉਹ ਇਹਦੀ ਗੱਲ ਕਰਦੇ ਹੋਣ, ਉਹ ਮਾਈਨੋਰਟੀਜ਼ ਦੇ ਉੱਪਰ ਕੋਈ ਖਤਰਾ ਦੇਖਦੇ ਹੋਣ। ਠੀਕ ਹੈ, ਜੇ ਉਹ ਇਸ ਚੀਜ਼ ਨੂੰ ਦੇਖ ਰਹੇ ਹੈਗੇ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਕੋਈ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ, ਮੇਬੀ ਜੇ ਉਹ ਕਹਿੰਦੇ ਨੇ ਕਿ ਸਿੱਖਾਂ ਨੂੰ ਹਥਿਆਰ ਖਰੀਦਣੇ ਚਾਹੀਦੇ ਤਾਂ ਇਟ ਮੀਨਸ ਸਿੱਖਾਂ ਨੂੰ ਬਤੌਰ ਸਿੱਖ ਕੋਈ ਖਤਰਾ ਹੈ। ਆਮ ਇਨਸਾਨ ਖਤਰਾ ਨਹੀਂ ਹੈ। ਤੁਸੀਂ ਕਹੋ ਕਿ ਕ੍ਰਾਈਮ ਰੇਟ ਵੱਧ ਰਿਹਾ, ਹੁਣ ਤੁਹਾਨੂੰ ਘਰਾਂ 'ਚ ਹਥਿਆਰ ਚਾਹੀਦੇ, ਆਸੇ-ਪਾਸੇ ਗੁੰਡੇ ਫਿਰਦੇ ਆ, ਚੋਰ ਫਿਰਦੇ ਆ, ਡਾਕੂ ਫਿਰਦੇ ਆ। ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਹਥਿਆਰ ਖਰੀਦਣਾ ਚਾਹੁੰਦੇ ਆ ਤਾਂ ਇਹਦੇ ਮਤਲਬ ਇਹ ਨਿਕਲਦਾ ਉਹ ਕਹਿ ਰਹੇ ਨੇ ਕਿ ਇਸ ਦੇਸ਼ ਵਿੱਚ ਮਾਈਨੋਰਿਟੀ ਨੂੰ, ਸਿੱਖਾਂ ਨੂੰ ਬਤੌਰ ਮਾਈਨੋਰਿਟੀ ਖਤਰਾ ਹੈ। ਠੀਕ ਹੈ, ਤਾਂ ਫਿਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਿੱਖਾਂ ਨੂੰ ਬਤੌਰ ਮਾਈਨੋਰਿਟੀ ਬਹੁਤ ਦੇਰ ਤੋਂ ਖਤਰਾ ਹੈ। ਠੀਕ ਹੈ, ਵਾਰ-ਵਾਰ ਅਸੀਂ ਹਥਿਆਰ ਚੁੱਕੇ, ਅਸੀਂ 84 ਵਿੱਚ ਵੀ ਹਥਿਆਰ ਚੁੱਕ ਕੇ ਦੇਖ ਲਏ, ਤੇ ਜੇ ਸਾਡੇ ਕੋਲ ਉਹ ਤਰਕੀਬ ਹਥਿਆਰਾਂ ਵਾਲੀ ਕਾਮਯਾਬ ਨਹੀਂ ਹੋ ਰਹੀ ਤਾਂ ਸਵਾਲ ਇਹ ਹੈ ਕਿ ਹੁਣ ਕਾਹਦੇ ਲਈ ਹਥਿਆਰ? ਇਹਦਾ ਮਤਲਬ ਹੈ ਕਿ ਅਸੀਂ ਸ਼ਾਇਦ ਲੜਾਈ ਦੇ ਤਰੀਕੇ ਹੋਈ ਵਾਰ-ਵਾਰ ਅਜਮਾ ਰਹੇ ਹਾਂ ਜਿਹੜੇ ਕਿ ਸਾਡੇ ਕੰਮ ਨਹੀਂ ਆ ਰਹੇ। ਇਸ ਤੋਂ ਇਲਾਵਾ ਮੈਂ ਹੋਰ ਸਵਾਲ ਕਰਦਾ, ਸਾਨੂੰ ਜੇ ਮਾਈਨੋਰਿਟੀ ਨੂੰ, ਸਿੱਖਾਂ ਨੂੰ ਖਤਰਾ ਹੈ, ਔਰ ਇਸ 'ਚ ਕੋਈ ਸ਼ੱਕ ਨਹੀਂ ਮਾਈਨੋਰਿਟੀ ਦੇ ਉੱਪਰ ਖਤਰਾ ਮੰਡਰਾ ਰਿਹਾ ਇਸ ਦੇਸ਼ ਵਿੱਚ, ਜਿੰਨੇ ਵੀ ਸਮਾਲ ਐਥਨਿਕ ਗਰੁੱਪ ਹੈਗੇ ਉਹ ਅੰਡਰ ਪ੍ਰੈਸ਼ਰ ਹੈਗੇ। ਲੇਕਿਨ ਪ੍ਰੋਬਲਮ ਇਹ ਹੈ ਕਿ ਜਦੋਂ ਸਾਡੇ ਉੱਪਰ ਟੈਂਕ ਨਹੀਂ ਚਾੜੇ ਜਾ ਰਹੇ, ਸਾਡੇ ਉੱਪਰ ਫੌਜਾਂ ਨਹੀਂ ਧੱਕੀਆਂ ਜਾ ਰਹੀਆਂ, ਸਾਨੂੰ ਤਕਨੀਕ ਦੇ ਨਾਲ, ਕਾਨੂੰਨਾਂ ਦਾ ਸਹਾਰਾ ਲੈ ਕੇ, ਸਾਡੇ ਕੋਲ ਰਾਜਨੀਤੀ ਦਾ ਸਹਾਰਾ ਲੈ ਕੇ, ਨਿਊਜ਼ਪੇਪਰਾਂ ਦਾ, ਮੀਡੀਆ ਦਾ ਸਹਾਰਾ ਲੈ ਕੇ ਸਾਨੂੰ ਦਬਾਇਆ ਜਾ ਰਿਹਾ ਹੈ, ਉਹਦੇ ਪਿਸਤੌਲ ਕੀ ਕੰਮ ਕਰਨਗੇ? ਸਾਡੇ ਉੱਪਰ ਸਿਸਟੈਮਿਕ ਵਾਇਲੈਂਸ ਜ਼ਰੂਰ ਹੋ ਰਹੀ ਹੈ, ਵੀ ਸਟੇਟ ਆਪਣੇ ਸਿਸਟਮ ਦੇ ਥਰੂ ਇੱਕ ਵਾਇਲੈਂਸ ਕਰ ਰਹੀ ਹੈ, ਪਰ ਇਦਾਂ ਦਾ ਕੋਈ ਖਤਰਾ ਨਹੀਂ ਕਿ ਕੋਈ ਕਿਸੇ ਨੂੰ ਫੜ ਕੇ ਜਾਨੋਂ ਮਾਰਿਆ। ਖਾਸ ਤੌਰ ਤੇ ਪੰਜਾਬ ਦੇ ਵਿੱਚ ਤਾਂ ਬਹੁਤ ਸ਼ਾਂਤੀ ਹੈ ਔਰ ਆਪਾਂ ਖੁਸ਼ ਹਾਂ ਇਸ ਚੀਜ਼ ਦੇ ਨਾਲ। ਅਕਾਲੀ ਦਲ ਦਾ ਇਤਿਹਾਸ ਜਿਹੜਾ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਨਿਕਲੀ ਹੋਈ ਜਥੇਬੰਦੀ ਹੈ ਜੀ। ਅਕਾਲੀ ਦਲ ਨੇ ਜਿੰਨੇ ਮੋਰਚੇ ਲੜੇ 1910-20 ਤੋਂ ਲੈ ਕੇ ਹੁਣ ਤਾਂ ਚਲੋ ਖੈਰ ਉਹਨਾਂ ਨੇ ਮੋਰਚੇ ਲੜਨੇ ਬੰਦ ਕਰ ਦਿੱਤੇ, ਪਰ ਪੰਜਾਬੀ ਸੂਬਾ ਮੂਵਮੈਂਟ ਤੱਕ, ਉਸ ਤੋਂ ਬਾਅਦ ਅੱਗੇ ਵੀ ਇੱਕ ਸਿਰਫ ਸੰਤ ਭਿੰਡਰਾਂਵਾਲੇ ਸੀ ਜਿਨ੍ਹਾਂ ਨੇ ਹਥਿਆਰਾਂ ਦੀ ਗੱਲ ਕੀਤੀ ਸੀ, ਔਰ ਉਸ ਤੋਂ ਪਹਿਲਾਂ ਅਕਾਲੀ ਦਲ ਨੇ ਹਮੇਸ਼ਾ ਹੀ ਸ਼ਾਂਤੀਮਈ ਢੰਗ ਨਾਲ ਕੰਮ ਕੀਤਾ। ਤਾਂ ਹੁਣ ਇਹ ਅੱਜ ਇੰਨਾ ਵੀ ਇਹਦੇ ਪਿੱਛੇ ਕੀ ਹੋ ਗਿਆ, ਜਿਹੜੀ ਚੀਜ਼ ਮੇਰੇ ਦਿਮਾਗ 'ਚ ਹਜੇ ਕੁਐਸਚਨ ਮਾਰਕ ਖੜੇ ਕਰਦੀ ਆ ਵੀ ਇੰਨਾ ਵੀ ਕੀ ਹੋ ਗਿਆ ਪਿੱਛੇ, ਦਿਮਾਗ 'ਚ ਕੀ ਚੱਲਿਆ ਕਿ ਆਪਾਂ ਅੱਜ ਹਥਿਆਰ ਰੱਖਣ ਦੀ ਗੱਲ ਕਰ ਰਹੇ ਹਾਂ। ਜੈਤੋ ਦਾ ਮੋਰਚਾ ਆਪਾਂ ਪੜ੍ਹਿਆ ਹੈ, ਉਸ ਤੋਂ ਪਹਿਲਾਂ ਨਨਕਾਣਾ ਸਾਹਿਬ ਵਾਲਾ ਵੰਡ ਤੋਂ ਪਹਿਲਾਂ ਦਾ, ਉੱਥੇ ਕਿਤੇ ਵੀ ਅਕਾਲੀਆਂ 'ਚ ਜੋਸ਼ ਬਹੁਤ ਸੀ ਪਰ ਹਥਿਆਰ ਔਰ ਵਾਇਲੈਂਸ ਦੀਆਂ ਗੱਲਾਂ ਨਹੀਂ ਸੀਗੀਆਂ। ਤੇ ਫਿਰ ਇਹੀ ਚੀਜ਼ ਤਾਂ ਸ਼ੱਕ ਪੈਦਾ ਕਰਦੀ ਹੈ ਨਾ ਜਥੇਦਾਰ ਸਾਹਿਬ ਦੇ ਬਿਆਨ ਦੇ ਉੱਪਰ ਕਿ ਜਥੇਦਾਰ ਸਾਹਿਬ ਅਕਾਲੀਆਂ ਨਾਲ ਜੁੜੇ ਹੋਏ ਆ, ਉਹ ਕਾਰਜਕਾਰੀ ਜਥੇਦਾਰ ਨੇ। ਪਹਿਲੀ ਗੱਲ ਤਾਂ ਉਹਨਾਂ ਨੂੰ ਹਾਲੇ ਵੀ ਆਰਜੀ ਜਥੇਦਾਰ ਕਿਹਾ ਜਾਂਦਾ ਹੈ, ਔਰ ਸਾਨੂੰ ਇਹ ਵੀ ਪਤਾ ਹੈ ਕਿ ਜਿਹੜਾ ਅਕਾਲ ਤਖਤ ਦਾ ਜਥੇਦਾਰ ਹੈ ਉਹ ਕਿਵੇਂ ਲੱਗਦਾ ਪਿਆ, ਉਹ ਬਿਲਕੁਲ ਜਿਨ੍ਹਾਂ ਦਾ ਐਸਜੀਪੀਸੀ ਦੇ ਕਬਜ਼ਾ ਬਾਦਲ ਪਰਿਵਾਰ ਦਾ, ਉਹ ਉਹਨਾਂ ਦੀ ਪਰਚੀ ਵਿੱਚੋਂ ਨਿਕਲਦਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤਾਂ ਉਹਨਾਂ ਦੀ ਅਕਾਲੀ ਦਲ ਨਾਲ ਇੱਕ ਲੰਬੀ ਐਸੋਸੀਏਸ਼ਨ ਹੈ, ਉਸ ਤੋਂ ਪਹਿਲਾਂ ਜਥੇਦਾਰ ਗੁਰਬਚਨ ਸਿੰਘ ਹੋਰਾਂ ਦੀ ਸੀ। ਉਸ ਐਸੋਸੀਏਸ਼ਨ ਦੇ ਚੱਲਦੇ ਵਾਰ-ਵਾਰ ਅਕਾਲ ਤਖਤ ਦੀ ਮਰਿਆਦਾ ਭੰਗ ਹੋਈ, ਵਾਰ-ਵਾਰ ਅਕਾਲ ਤਖਤ ਤੋਂ ਗਲਤ ਫੈਸਲੇ ਹੋਏ, ਤੇ ਉਹੀ ਚੀਜ਼ ਤਾਂ ਸ਼ੱਕ ਪੈਦਾ ਕਰਦੀ ਹੈ ਕਿ ਜਦੋਂ ਅਕਾਲੀਆਂ ਦਾ ਰਾਜ ਸੀ ਤੁਸੀਂ ਹਮੇਸ਼ਾ ਕਹਿੰਦੇ ਸੀ ਸ਼ਾਂਤੀ ਬਣਾਈ ਰੱਖੋ, ਹਰ ਇੱਕ ਜਥੇਦਾਰ ਇਹੀ ਕਹਿੰਦਾ ਰਿਹਾ ਸ਼ਾਂਤੀ ਬਣਾਈ ਰੱਖੋ, ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਉਹਦੇ ਲਈ ਜੇ ਬਾਈਬਲ ਕਰਾਂ ਤੇ ਬਰਗਾੜੀ ਦੇ ਕੋਟਪੂਰੇ ਦੇ ਵਿੱਚ ਸ਼ਾਂਤਮਈ ਅੰਦੋਲਨ ਹੋ ਰਿਹਾ, ਉੱਥੇ ਉਲਟਾ ਅਕਾਲੀ ਦਲ ਨੇ ਗੋਲੀ ਚਲਾਤੀ। ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ, ਅੱਜ ਤੱਕ ਅਸੀਂ ਉਹਦਾ ਛਾਣਬੀਣ ਹੁੰਦੀ ਦੇਖ ਰਹੇ ਹਾਂ। ਉੱਥੇ 2 ਸਿੱਖ ਮਾਰੇ ਜਾਂਦੇ ਨੇ, ਬਕਾਇਦਾ ਉਹਨਾਂ ਤੇ ਗੋਲੀ ਚੱਲਦੀ ਹੈ। ਉਸ ਵੇਲੇ ਬੰਦੂਕ ਦੀ ਗੱਲ ਨਹੀਂ ਹੁੰਦੀ, ਉਸ ਵੇਲੇ ਸਿੱਖਾਂ ਨੂੰ ਨਹੀਂ ਕਿਹਾ ਜਾਂਦਾ ਕਿ ਹੁਣ ਬੰਦੂਕਾਂ ਚੁੱਕ ਲਓ ਤੇ ਤੁਸੀਂ ਭਿੜ ਜਾਓ, ਕਦੇ ਇਹ ਨਹੀਂ ਹੁੰਦਾ। ਹੁਣ ਪ੍ਰੋਬਲਮ ਇਹ ਹੈ ਕਿ ਤੁਹਾਨੂੰ ਅਚਾਨਕ ਬਹੁ ਗਿਣਤੀ ਦਾ ਖਤਰਾ ਹੁੰਦਾ ਤੇ ਫਿਰ ਤੁਸੀਂ ਸਿੱਖ ਯੂਥ ਨੂੰ ਕਹਿ ਰਹੇ ਹੋ ਕਿ ਹਥਿਆਰ ਚੱਕ ਲਓ। ਕੀ ਅਸੀਂ ਭਾਰਤੀ ਸਟੇਟ ਦੇ ਖਿਲਾਫ, ਕੀ ਅਸੀਂ ਭਾਰਤੀ ਮਿਲਟਰੀ ਦੇ ਖਿਲਾਫ ਹਥਿਆਰਬੰਦ ਅੰਦੋਲਨ ਕਰਨ ਜਾ ਰਹੇ ਹਾਂ? ਜੇ ਜਥੇਦਾਰ ਸਾਹਿਬ ਦੇ ਇਸ ਬਿਆਨ ਦਾ ਮਤਲਬ ਕੱਢਣਾ ਹੋਵੇ ਤਾਂ ਇਹੀ ਨਿਕਲਦਾ ਕਿ ਠੀਕ ਹੈ ਲਾਇਸੈਂਸੀ ਹੋਣ, ਨਜਾਇਜ਼ ਨਾ ਹੋਣ, ਲੇਕਿਨ ਹਥਿਆਰ ਲਓ, ਆਉਣ ਵਾਲੇ ਸਮੇਂ 'ਚ ਲੋੜ ਪਊਗੀ। ਲੋੜ ਕਿਉਂ ਪਊਗੀ? ਸਵਾਲ ਤਾਂ ਹੈ ਕਿ ਲੋੜ ਕਿਉਂ ਪਊਗੀ? ਕੀ ਜਥੇਦਾਰ ਸਾਹਿਬ ਇਹ ਮਹਿਸੂਸ ਕਰਦੇ ਆ ਕਿ ਭਾਰਤੀ ਸਟੇਟ ਸਿੱਖਾਂ ਦੇ ਉੱਪਰ ਟੈਂਕ ਚੜਾਉਣ ਜਾ ਰਹੀ ਹੈ ਦੁਬਾਰਾ, ਬਿਨਾਂ ਕਿਸੇ ਭੜਕਾੜ ਦੇ, ਬਿਨਾਂ ਕਿਸੇ ਕਾਰਨ ਦੇ? ਇੱਕ ਡਰ ਪੈਦਾ ਕਰਨ ਦੀ ਕੋਸ਼ਿਸ਼ ਲੱਗਦੀ ਹੈ ਤੁਹਾਨੂੰ? ਮੈਨੂੰ ਲੱਗਦਾ ਕਿ ਉਹੀ ਪੰਜਾਬ ਦਾ ਮਾਹੌਲ ਜਿਹੜਾ ਥੋੜਾ ਜਿਹਾ, ਕਿਉਂਕਿ ਜਦੋਂ ਬਹੁਤੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦਾ ਅਸੂਲ ਇਹੀ ਹੈ, ਜੇ ਅੰਦਰ ਹੋਵਾਂਗੇ ਤਾਂ ਲੁੱਟਾਂਗੇ, ਬਾਹਰ ਹੋਵਾਂਗੇ ਤਾਂ ਕੁੱਟਾਂਗੇ।
ਬਸ ਲੜਾਈ ਕਰ ਲਓ, ਸਰਕਾਰ ਨੂੰ ਡਿਸਟਰਬ ਕਰਨਾ ਹੈ, ਇਹੋ ਜਿਹਾ ਮਾਹੌਲ ਕ੍ਰੀਏਟ ਕਰ ਦਿਓ। ਤਾਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਉਹ ਹਰ ਪੱਧਰ ਤੇ ਹੋ ਰਹੀ ਹੈ। ਗੁਰੂ ਸਾਹਿਬਾਨਾਂ ਨੇ ਵੈਸੇ ਵੀ ਸਿੱਖਾਂ ਨੂੰ ਆਪਣੀ ਸੈਲਫ ਡਿਫੈਂਸ ਦੇ ਲਈ ਖਾਲਸਾ ਬਣਾਇਆ ਸੀ। ਉਹਨਾਂ ਨੇ ਕਿਰਪਾਨ ਦਿੱਤੀ ਸੀ, ਜਿਹਨੂੰ ਸ਼੍ਰੀ ਸਾਹਿਬ ਆਪਾਂ ਕਹਿੰਦੇ ਆ। ਉਹਦੀ ਵੀ ਇੱਕ ਤਰ੍ਹਾਂ ਨਾਲ ਬਹੁਤ ਵੱਡੀ ਜਗ੍ਹਾ ਆ, ਸਪੇਸ ਆ, ਔਰ ਉਹ ਅਲਾਉਡ ਆ ਸਿੱਖਾਂ ਨੂੰ ਪਾਉਣੀ। ਉਹ ਸੈਲਫ ਡਿਫੈਂਸ ਦੇ ਮੰਤਵ ਨਾਲ ਹੀ ਸਿੱਖਾਂ ਦੇ ਲਈ ਹੈ ਕਿ ਇਨ ਕੇਸ ਉਹਨਾਂ ਤੇ ਕੋਈ ਹਮਲਾ ਕਰਦਾ। ਇਨਫੈਕਟ ਜਿਹੜਾ ਸਿੱਖ ਧਰਮ ਆ ਉਹ ਤਾਂ ਬ੍ਰਦਰਹੁੱਡ ਦਾ ਮੈਸੇਜ ਦਿੰਦਾ, ਉਹ ਤਾਂ ਹੋਰ ਧਰਮਾਂ ਲਈ ਵੀ ਖੜੇ ਹੁੰਦਾ। ਅੱਜ ਸਿੱਖ ਮੈਨੂੰ ਨਹੀਂ ਲੱਗਦਾ ਇਸ ਪੋਜੀਸ਼ਨ ਤੇ ਖੜੇ ਆ ਵੀ ਉਹਨਾਂ ਨੂੰ ਡਰਨ ਦੀ ਜ਼ਰੂਰਤ ਔਰ ਹਥਿਆਰ ਰੱਖਣ ਦੀ। ਸੋਸ਼ਲ ਮੀਡੀਆ ਤੇ ਇੱਕ ਚੀਜ਼ ਨਾ, ਇੱਕ ਐਸਪੈਕਟ ਇਹ ਵੀ ਆਉਂਦਾ ਹੈ ਕਿ ਹਥਿਆਰ ਰੱਖਣੇ, ਪਹਿਲੀ ਗੱਲ ਤਾਂ ਦੇਖੋ ਜੀ ਬਿਲਕੁਲ ਜਾਇਜ਼ ਹੈ, ਆਪਣਾ ਸੰਵਿਧਾਨ ਅਲਾਉ ਕਰਦਾ। ਸੋ ਇਹ ਕੋਈ ਵੀ ਨਜਾਇਜ਼ ਗੱਲ ਜਥੇਦਾਰ ਸਾਹਿਬ ਨੇ ਨਹੀਂ ਕਹੀ। ਪਰ ਇੱਕ ਬਹੁਤ ਵੱਡਾ ਸੈਕਸ਼ਨ ਇਦਾਂ ਦਾ ਮੀਡੀਆ ਤੇ ਜਿਹੜੇ ਕਹਿੰਦੇ ਆ ਵੀ ਹਥਿਆਰ ਤਾਂ ਬਣੇ ਹੀ ਸਿੱਖਾਂ ਲਈ ਆ। ਸੋ ਵਾਟ ਕਹਿੰਦੇ, ਅਗਰ ਹਥਿਆਰ ਸਿੱਖ ਰੱਖਣਗੇ, ਹਰ ਸਿੱਖ ਨੂੰ ਹਥਿਆਰ ਰੱਖਣੇ ਚਾਹੀਦੇ। ਐਵੇਂ ਦਰਸਾਇਆ ਜਾਂਦਾ ਹਮੇਸ਼ਾ ਤੋਂ ਕਿ ਇਹ ਬਹਾਦਰ ਸੂਰਵੀਰਾਂ ਦੀ ਕੌਮ ਸਿੱਖ। ਹਥਿਆਰ ਤਾਂ ਇਹਨਾਂ ਦੇ ਕੋਲ ਬੜੇ ਖਿਡੌਣੇ ਨੇ। ਨਹੀਂ ਦੇਖੋ, ਜਿਹੜੇ ਲੋਕ ਇਹ ਕਹਿ ਰਹੇ ਆ ਉਹ ਗਲਤ ਨਹੀਂ ਹੈ। ਸਿੱਖਾਂ ਦਾ ਸ਼ਸਤਰਾਂ ਨਾਲ ਸੰਬੰਧ ਬਹੁਤ ਪੁਰਾਣਾ, ਠੀਕ ਹੈ। ਇੱਕ ਮਾਰਸ਼ਲ ਕੌਮ ਦੇ ਤੌਰ ਤੇ ਸਿੱਖਾਂ ਦਾ ਜਨਮ ਹੋਇਆ, ਜਿਵੇਂ ਕਿ ਮੁਸਲਮਾਨਾਂ ਦਾ ਹੋਇਆ। ਬਹੁਤ ਕਰਕੇ ਉਹਨਾਂ ਦਾ ਵੀ ਸ਼ੁਰੂ ਤੋਂ ਲੜਾਈਆਂ ਦਾ ਇਤਿਹਾਸ ਹੈ, ਸਿੱਖਾਂ ਦਾ ਵੀ ਲੜਾਈਆਂ ਦਾ ਇਤਿਹਾਸ ਹੈ। ਸਿੱਖੀ ਦੀ ਲੋੜ ਹੀ ਬੇਸਿਕਲੀ ਐਦਾਂ ਕਹੋ ਕਿ ਭਾਰਤ ਨੂੰ, ਨਾਰਥ ਇੰਡੀਆ ਨੂੰ, ਜਾਂ ਉਸ ਵੇਲੇ ਦੇ ਬਾਹਰਲੇ ਹਮਲਾਵਰਾਂ ਤੋਂ ਦੇਸ਼ ਨੂੰ, ਕੌਮ ਨੂੰ ਬਚਾਉਣ ਦੀ ਲੋੜ 'ਚੋਂ ਪੈਦਾ ਹੋਈ ਸੀ। ਸਿੱਖ ਬੇਸਿਕਲੀ ਜੰਮੇ ਹੀ ਇੱਕ ਫਾਈਟਰ ਕੌਮ ਦੇ ਤੌਰ ਤੇ ਹੈ, ਠੀਕ ਹੈ। ਸਿੱਖ ਸਿੱਖ ਸ਼ੁਰੂ ਵਿੱਚ ਕੌਣ ਨੇ? ਫੌਜ ਹੈ, ਖਾਲਸਾ ਹੈ। ਗੁਰੂ ਸਾਹਿਬ ਨੇ ਉਹਨਾਂ ਨੂੰ ਖਾਲਸਾ ਬਣਾ ਕੇ, ਪਹਿਲਾਂ ਬਾਬਾ ਨਾਨਕ ਨੇ, ਉਹਨਾਂ ਦਾ ਮਕਸਦ ਜਿਹੜੀਆਂ ਧਾਰਮਿਕ ਕੁਰੀਤੀਆਂ ਨੇ, ਬਾਬਾ ਨਾਨਕ ਵੀ ਸਿਪਾਹੀ ਹੈ, ਉਹ ਵੀ ਲੜ ਰਹੇ ਆ ਉਹ ਧਾਰਮਿਕ ਕੁਰੀਤੀਆਂ ਦੇ ਖਿਲਾਫ। ਹਿੰਦੂ ਧਰਮ ਦੇ ਅੰਦਰ ਜਿਹੜੀ ਸਟੈਗਨੈਂਸੀ ਆ ਗਈ ਉਹਦੇ ਖਿਲਾਫ ਲੜ ਰਹੇ ਆ, ਅੰਧ ਵਿਸ਼ਵਾਸ ਤੇ ਭਰਮ ਦੇ ਖਿਲਾਫ ਲੜ ਰਹੇ ਆ। ਬਾਅਦ ਦੇ ਸਾਰੇ ਗੁਰੂ ਜੀਵਨ ਨੂੰ ਉੱਚਾ ਬਣਾਉਣ ਦੇ ਲਈ ਲੜਦੇ ਜਾ ਰਹੇ ਨੇ। ਗੁਰੂ ਗੋਬਿੰਦ ਸਿੰਘ ਵੇਲੇ ਲੜਾਈ ਪੋਲੀਟੀਕਲ ਹੋ ਜਾਂਦੀ ਹੈ, ਉਹਨਾਂ ਤੱਕ ਪਹੁੰਚਦੇ ਉਹਨਾਂ ਨੂੰ ਵੀ ਲੜਨਾ ਪੈਂਦਾ ਔਰ ਉਹਨਾਂ ਨੂੰ ਬਕਾਇਦਾ ਹਥਿਆਰ ਚੁੱਕਣੇ ਪੈਂਦੇ ਨੇ। ਸਾਡੇ ਕੋਲੇ ਸੰਤ ਸਿਪਾਹੀ ਦਾ ਕਨਸੈਪਟ ਹੈ ਕਿ ਸੰਤ ਬਣੋ, ਸਿਪਾਹੀ ਬਣੋ। ਜੇ ਇਕੱਲੇ ਸੰਤ ਹੋਵੋਗੇ ਤਾਂ ਤੁਹਾਡੇ ਉੱਪਰ ਜ਼ੁਲਮ ਹੋਵੇਗਾ, ਜੇ ਇਕੱਲੇ ਸਿਪਾਹੀ ਹੋਵੋਗੇ ਤੁਸੀਂ ਜ਼ੁਲਮ ਕਰੋਗੇ, ਤਾਂ ਸੰਤ ਸਿਪਾਹੀ ਬਣ ਜਾਓ। ਤਾਂ ਸਿੱਖਾਂ ਦਾ ਸ਼ਸਤਰਾਂ ਨਾਲ ਸੰਬੰਧ ਬਹੁਤ ਪੁਰਾਣਾ ਹੈ, ਪਰ ਸਿੱਖਾਂ ਦਾ ਇੰਨਾ ਹੀ ਪੁਰਾਣਾ ਸੰਬੰਧ ਸ਼ਾਸਤਰਾਂ ਨਾਲ ਵੀ ਹੈ। ਸਿੱਖ ਧਰਮ ਅਧਿਐਨ ਚੋਂ ਨਿਕਲਿਆ। ਮੁਗਲਾਂ ਦੇ ਖਿਲਾਫ ਅਸੀਂ ਲੜਦੇ ਰਹੇ 300 ਸਦੀਆਂ, ਸਾਨੂੰ ਲੜਾਈ ਦੀ ਆਦਤ ਪੈ ਗਈ, ਸਾਡੇ ਲਈ ਲੜਨਾ ਮਰਨਾ ਖੇਡ ਹੋ ਗਿਆ। ਉਹ ਸਾਡੀ ਲੋੜ ਵੀ ਸੀ, ਸਾਡੀ ਮਜਬੂਰੀ ਵੀ ਸੀ। ਫਿਰ ਗੋਰੇ ਆ ਜਾਂਦੇ ਨੇ, ਅਸੀਂ ਕਲੋਨੀਅਲ ਜਿਹੜਾ ਬ੍ਰਿਟਿਸ਼ ਸਾਮਰਾਜ ਦੇ ਖਿਲਾਫ, ਫਿਰ ਅਸੀਂ ਸਿੱਖ ਬਹੁਤ ਵੱਡੀ ਲੜਾਈ ਲੜਦੇ ਹਾਂ। ਦੋਨੋਂ ਤਰੀਕੇ ਨਾਲ ਲੜਦੇ ਆ, ਬੱਬਰ ਬਣ ਕੇ ਹਥਿਆਰਾਂ ਨਾਲ ਵੀ ਲੜਦੇ ਆ, ਲੇਕਿਨ ਬਹੁਤਾ ਸ਼ਾਂਤੀਮਈ ਅੰਦੋਲਨ ਕਰਦੇ ਆ। ਮਿਸਲਾਂ ਦਾ ਰਾਜ ਵੀ ਰਿਹਾ ਪਾਲੀ ਜੀ, ਮਿਸਲਾਂ ਦੇ ਵਿੱਚ ਵੀ ਸਾਰਾ ਮੱਧਕਾਲੀ ਪੀਰੀਅਡ ਹੋ ਗਿਆ ਮਹਾਰਾਜਾ ਰਣਜੀਤ ਸਿੰਘ। ਮੈਂ ਉਸ ਤੋਂ ਬਾਅਦ ਸਾਨੂੰ ਫਿਰ ਗੋਰਿਆਂ ਖਿਲਾਫ ਵੱਡੀ ਲੜਾਈ ਲੜਨੀ ਪਈ, ਜਿਸ 'ਚ ਅਸੀਂ ਹਾਰੇ, ਸਾਡੀ ਮਜਬੂਰੀ ਸੀ। ਔਰ ਉਸ ਤੋਂ ਬਾਅਦ ਅਸੀਂ ਫਿਰ ਕਈ ਆਜ਼ਾਦੀ ਲਈ ਲੜਾਈ ਲੜੀ। ਫਿਰ ਅਸੀਂ ਪਾਕਿਸਤਾਨ ਦੇ ਖਿਲਾਫ 2 ਲੜਾਈਆਂ ਦੇ ਵਿੱਚ ਸਿੱਖਾਂ ਨੇ ਬਹੁਤ ਐਕਸਟਰਾ ਆਰਡੀਨਰੀ ਪ੍ਰਦਰਸ਼ਨ ਕੀਤਾ। ਔਰ ਫਿਰ ਸਾਡੇ ਉੱਪਰ ਤੁਸੀਂ ਦੇਖੋ ਕਿ ਅਚਾਨਕ ਜਿਹੜੀ ਹੈ 1984 ਆ ਜਾਂਦੀ ਹੈ। 78 ਤੋਂ ਲੈ ਕੇ 95 ਤੱਕ ਫਿਰ ਸਿੱਖ ਲੜਦੇ ਨੇ। ਤਾਂ ਸਿੱਖਾਂ ਦਾ ਸ਼ਸਤਰਾਂ ਨਾਲ ਵਾਹ ਕੋਈ ਨਵਾਂ ਨਹੀਂ ਹੈ, ਬਹੁਤ ਪੁਰਾਣਾ ਹੈ। ਮੇਰਾ ਸਵਾਲ ਇਹ ਹੈ ਕਿ 450 ਸਾਲ ਦੀ ਲੜਾਈ ਦੇ ਵਿੱਚ ਸਿੱਖਾਂ ਨੇ ਲੜਾਈਆਂ ਵਿੱਚੋਂ ਹਾਸਲ ਕੀ ਕੀਤਾ? ਆਪਣੇ ਲਈ ਖੱਟਿਆ ਕੀ? ਆਪਣੇ ਲਈ, ਠੀਕ ਹੈ। ਉਹਨਾਂ ਨੇ ਦੇਸ਼ ਬਚਾਇਆ, ਕੌਮ ਬਚਾਈ, ਵਾਰ-ਵਾਰ ਕੁਰਬਾਨੀਆਂ ਕੀਤੀਆਂ, ਲੇਕਿਨ ਲਗਾਤਾਰ ਲੜਦੇ ਰਹੇ। ਕਈ ਵਾਰੀ ਨਹੀਂ ਵੀ ਲੋੜ ਸੀ ਉਦੋਂ ਵੀ ਲੜੇ, ਔਰ ਜਿਨ੍ਹਾਂ ਲਈ ਲੜੇ ਅੱਜ ਉਹੀ ਕਹਿੰਦੇ ਐਵੇਂ ਲੜਦੇ ਰਹਿੰਦੇ। ਸਾਡੇ ਨਾਲ ਮਾੜੀ ਕੀ ਹੋਈ ਕਿ ਅਸੀਂ ਦੇਸ਼ ਕੌਮ ਲਈ ਲੜ ਰਹੇ ਹਾਂ, ਔਰ ਜਿਨ੍ਹਾਂ ਲਈ ਲੜ ਰਹੇ ਆ ਅੱਜ ਉਹੀ ਕਹਿ ਦਿੰਦੇ ਨੇ ਕਿ ਇਹ ਤਾਂ ਐਵੇਂ ਲੜਦੇ ਰਹਿੰਦੇ ਆ। ਤੁਸੀਂ ਕਮਾਲ ਦੇਖੋ ਕਿ ਅੱਜ ਤੀਕ ਅਕਾਲੀ ਦਲ ਸਮੇਤ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਪੰਜਾਬ ਦੇ ਲਈ ਲੜਾਈ ਲੜੀ, ਭਾਵੇਂ ਉਹ ਚੰਡੀਗੜ੍ਹ ਦੀ ਲੜਾਈ ਸੀ, ਭਾਵੇਂ ਉਹ ਪਾਣੀਆਂ ਦੀ ਲੜਾਈ ਸੀ, ਭਾਵੇਂ ਉਹ ਇਲਾਕਿਆਂ ਦੀ ਲੋੜ ਸੀ ਲੜਾਈ ਸੀ, ਭਾਵੇਂ ਉਹ BBM ਦੀ ਲੜਾਈ ਹੈ, ਭਾਵੇਂ ਉਹ ਪੰਜਾਬ ਯੂਨੀਵਰਸਿਟੀ ਦੀ ਲੜਾਈ ਹੈ, ਭਾਵੇਂ ਉਹ ਕਾਲੇ ਬਿੱਲਾਂ ਦੀ ਲੜਾਈ ਹੈ, ਜਿੰਨਾ ਵੀ ਸਿੱਖਾਂ ਨੇ ਲੜਾਈ ਲੜੀ ਇਹ ਸੋਚ ਕੇ ਲੜੀ ਕਿ ਸਾਡੇ ਪੰਜਾਬ ਦਾ ਮਾਮਲਾ ਹੈ। ਉਹ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਆ, ਵੱਡੇ ਭਰਾ ਵਾਲੀ। ਪ੍ਰੋਬਲਮ ਇਹੀ ਹੈ, ਉਹਨਾਂ ਹੀ ਸਿੱਖਾਂ ਨੂੰ ਕਿਹਾ ਜਾਂਦਾ ਇਹ ਐਵੇਂ ਲੜੀ ਜਾਂਦੇ ਹੈ। ਇਹਨਾਂ ਨੂੰ ਹਰ ਗੱਲ ਤੇ ਲੜਾਈ ਕਰਨ ਦੀ ਆਦਤ ਹੈ। ਤੁਸੀਂ ਲੜ ਰਹੇ ਹੋ ਚੰਗੇ ਦੇ ਲਈ, ਤੁਹਾਡਾ ਮਕਸਦ ਬਹੁਤ ਵਧੀਆ ਹੈ, ਲੇਕਿਨ ਉਲਟਾ ਤੁਹਾਨੂੰ ਕਿਹਾ ਜਾਂਦਾ ਤੁਸੀਂ ਐਵੇਂ ਹੀ ਲੜ ਰਹੇ ਹੋ। ਸਾਡੀ ਇੱਕ ਇਮੇਜ ਲੜਾਕਿਆਂ ਵਾਲੀ ਬਣ ਚੁੱਕੀ ਹੈ, ਔਰ ਅਸੀਂ ਇਸ ਸਾਰੀ ਵਿੱਚ ਲੜਾਈ ਵਿੱਚ ਮੇਬੀ ਅਸੀਂ ਕੁਝ ਦੇਸ਼ ਕੌਮ ਨੂੰ ਬਚਾ ਕੇ ਆਪਣੇ ਲਈ ਨਾਮਣਾ ਖੱਟਿਆ, ਆਪਣੀਆਂ ਨਸਲਾਂ ਬਚਾਈਆਂ, ਲੇਕਿਨ ਸਾਡਾ ਨੁਕਸਾਨ ਦਾ ਵੀ ਸਾਨੂੰ ਐਨਾਲਿਸਿਸ ਕਰਨਾ ਪਏਗਾ। ਇਸ ਸਾਰੇ ਸਮੇਂ ਦੌਰਾਨ ਅਸੀਂ ਲੜਦੇ ਰਹੇ ਔਰ ਅਸੀਂ ਕਈ ਖੇਤਰਾਂ ਵਿੱਚ ਪਿਛੜ ਗਏ। ਅਸੀਂ ਵਪਾਰ 'ਚ ਪਿਛੜੇ, ਅਸੀਂ ਤਕਨੀਕ ਦੇ ਵਿੱਚ, ਵਿਦਿਆ ਦੇ ਵਿੱਚ ਅਸੀਂ ਪਿਛੜ ਗਏ, ਅਸੀਂ ਹਰ ਇੱਕ ਚੀਜ਼ 'ਚ ਪਿਛੜੇ। ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲੇ ਬਹੁਤ ਜ਼ਿਆਦਾ ਸੋਰਸਸ ਨਹੀਂ ਹੈ। ਅਸੀਂ ਗਵਰਨਮੈਂਟ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਨਹੀਂ ਹੈ, ਅਸੀਂ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਸਾਰੇ ਦੇਸ਼ ਦੇ ਵਿੱਚ ਤਾਂ ਮਾਰੋ ਗੋਲੀ, ਅਸੀਂ ਪੰਜਾਬ ਦੇ ਵਿੱਚੋਂ ਹੀ ਜਿਹੜੇ ਐਲੀਮੀਨੇਟ ਹੁੰਦੇ ਜਾ ਰਹੇ ਹਾਂ। ਤਾਂ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਐਡੀ ਵੱਡੀ ਲੜਾਈ ਲੜਨ ਤੋਂ ਬਾਅਦ ਥੋੜ੍ਹੇ ਜਿਹੇ ਸਾਨੂੰ ਸਮਝ ਲੈਣਾ ਚਾਹੀਦਾ। ਜਿਹੜੀ ਚੀਜ਼ ਸਭ ਤੋਂ ਇੰਪੋਰਟੈਂਟ ਉਹ ਇਹ ਹੈ
ਕਿ ਹਰ ਇੱਕ ਯੁੱਗ ਦੀ ਲੜਾਈ ਜਿਹੜੀ ਹੈ ਉਸ ਯੁੱਗ ਦੀ ਅਨੁਸਾਰੀ ਹੁੰਦੀ ਹੈ ਔਰ ਹਰ ਇੱਕ ਯੁੱਗ ਦੀ ਲੜਾਈ ਦੇ ਵੱਖਰੇ ਹਥਿਆਰ ਹੁੰਦੇ ਆ। ਠੀਕ ਹੈ, ਜਦੋਂ ਸਾਨੂੰ ਤਲਵਾਰ ਦੀ ਲੋੜ ਸੀ ਅਸੀਂ ਤਲਵਾਰ ਚੁੱਕੀ, ਜਦੋਂ ਸਾਨੂੰ ਬੰਦੂਕ ਦੀ ਲੜਾਈ ਸੀ ਅਸੀਂ ਬੰਦੂਕ ਚੱਕੀ, ਜਦੋਂ ਸਾਨੂੰ ਤੋਪ ਚਾਹੀਦੀ ਸੀ ਅਸੀਂ ਤੋਪ, ਜਦੋਂ ਸਾਨੂੰ ਧਰਨੇ ਲਾਉਣੇ ਪਏ ਸੀ ਧਰਨੇ ਲਾਏ। ਪਰ ਹੁਣ ਜਿਹੜੀ ਲੜਾਈ ਹੈ ਬਹੁਤ ਬਦਲ ਚੁੱਕੀ ਹੈ। ਹੁਣ ਇੱਕ ਜੀਓਪੋਲਿਟਿਕਸ ਹੈ। ਇਸ ਦਾ ਸਾਹਮਣਾ ਤਕਨੀਕ ਨਾਲ ਕੀਤਾ ਜਾ ਸਕਦਾ ਹੈ, ਰਾਜਨੀਤੀ ਨਾਲ ਕੀਤਾ ਜਾ ਸਕਦਾ ਹੈ, ਇਹਦਾ ਇੰਟੈਲੀਜੈਂਸ, ਇਨਫੋਰਮੇਸ਼ਨ, ਇਹੋ ਜਿਹੀਆਂ ਚੀਜ਼ਾਂ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਤੁਸੀਂ ਮੀਡੀਆ ਦੇ ਨਾਲ ਮੁਕਾਬਲਾ ਕਰ ਸਕਦੇ ਹੋ। ਹੁਣ ਸਾਨੂੰ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੈ। ਇਸ ਯੁੱਗ ਦੇ ਵਿੱਚ ਪਿਸਤੌਲ ਸਾਡੀ ਲੋੜ ਨਹੀਂ ਹੈ। ਅਨਫੋਰਚੂਨੇਟਲੀ ਜਥੇਦਾਰ ਸਾਹਿਬ ਜਿਹੜਾ ਬਿਆਨ ਦੇ ਰਿਹਾ ਉਹ ਫਿਰ ਮੱਧਕਾਲੀ ਕਦਰਾਂ ਕੀਮਤਾਂ ਵਾਲਾ ਬਿਆਨ ਹੈ। ਉਹ ਸ਼ੱਕ ਪੈਦਾ ਕਰਦਾ ਹੈ ਕਿ ਅੱਜ ਸਾਨੂੰ ਕੀ ਪੜਾ ਪਿਸਤੌਲ ਚਾਹੀਦਾ। ਸਵਾਲ ਇਹ ਹੈ, ਕੀ ਸਾਨੂੰ ਅੱਜ ਪਿਸਤੌਲ ਚਾਹੀਦਾ? ਮੇਰਾ ਸਵਾਲ ਇਹ। ਤੁਸੀਂ ਗੱਲ ਕੀਤੀ ਕਿ ਅਗਰ ਸ਼ਸਤਰ ਦੀ ਗੱਲ ਕਰਦੇ ਆ ਤਾਂ ਸ਼ਾਸਤਰ ਵੀ ਸਿੱਖਾਂ ਦੇ ਨਾਲ ਹਮੇਸ਼ਾ ਜੁੜੇ ਰਹੇ ਨੇ 400 450 ਸਾਲਾਂ ਤੋਂ। ਤੇ ਅੱਜ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਿੱਖ ਕੌਮ ਆ ਜਾਂ ਸਿੱਖ ਲੋਕ ਨੇ ਉਹ ਐਜੂਕੇਸ਼ਨ ਤੋਂ ਵਿਸਰ ਗਏ ਨੇ? ਕਿੰਨੇ ਕੁ ਪ੍ਰੋਫੈਸਰ ਤੁਹਾਡੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾਂ ਹੋਰ ਅਦਾਰਿਆਂ ਦੇ ਵਿੱਚ ਹੈਗੇ ਆ ਜਿਹੜੇ ਦਸਤਾਰ ਸਜਾਉਣ ਵਾਲੇ ਨੇ, ਜਿਹੜੇ ਸਿੱਖ ਨੇ? ਜਾਂ ਤੁਹਾਨੂੰ ਇਦਾਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਨੰਬਰ ਹੁਣ ਇੰਨਾ ਕੁ ਘਟ ਗਿਆ ਕਿ ਇਹ ਪੰਜਾਬ ਦੇ ਵਿੱਚ ਰਹਿ ਕੇ ਰਿਐਲਿਟੀ ਨਹੀਂ ਲੱਗਦਾ ਕਿ ਸਾਡੇ ਬੰਦੇ ਕਿੱਥੇ ਗਏ? ਬਿਲਕੁਲ, ਇਹ ਇੱਕ ਬੜੀ ਚਿੰਤਾ ਵਾਲੀ ਗੱਲ ਹੈ ਜਿਹੜੀ ਕਿ ਇੰਟੈਲੀਜੈਂਸ ਦੇ ਖੇਤਰ ਵਿੱਚ, ਇੰਟੈਲੈਕਚੁਅਲਿਟੀ ਦੇ ਖੇਤਰ ਵਿੱਚ ਜਿਹੜੇ ਸਿੱਖ ਹੈ ਉਹ ਪਛੜ ਰਹੇ ਨੇ। ਇਹ ਨਹੀਂ ਹੈ ਕਿ ਉਹ ਖਤਮ ਹੋ ਗਏ, ਨਹੀਂ। ਸਟਿਲ ਦੇਸ਼ ਦੇ ਵਿੱਚ ਅਗਰ ਲਿਟਰੇਸੀ ਰੇਟ ਦੇਖੋਗੇ ਧਰਮਾਂ ਦੇ ਅਨੁਸਾਰ ਤਾਂ ਅੱਜ ਵੀ ਸਿੱਖ ਦੂਜੇ ਨੰਬਰ ਤੇ, ਲਿਟਰੇਸੀ ਰੇਟ ਉਹਨਾਂ ਦਾ ਦੂਜੇ ਨੰਬਰ ਤੇ ਹੈ। 81% ਦੇ ਨਾਲ ਬੁੱਧਿਜ਼ਮ ਦੇ ਲੋਕ ਜਿਹੜੇ ਨੇ ਨੰਬਰ 1 ਤੇ ਨੇ, ਸਭ ਤੋਂ ਅੱਗੇ। ਤੇ ਦੂਜੇ ਨੰਬਰ ਤੇ ਅਸੀਂ 75% ਦੇ ਨਾਲ ਸਿੱਖ ਹੀ ਆਨੇ ਆ, 73% ਦੇ ਨਾਲ ਹਿੰਦੂ ਜਿਹੜੀ ਆਂਦੀ ਹੈ ਉਹ ਆਂਦੀ ਹੈ। ਤਾਂ ਅਸੀਂ ਅੱਜ ਵੀ ਲਿਟਰੇਸੀ ਰੇਟ ਸਾਡਾ ਬਾਕੀ ਕੌਮਾਂ ਦੇ ਮੁਕਾਬਲੇ, ਬਾਕੀ ਧਰਮਾਂ ਦੇ ਮੁਕਾਬਲੇ ਕਿਤੇ ਵਧੀਆ। ਪੰਜਾਬ ਦੇ ਵਿੱਚ ਵੀ ਲਿਟਰੇਸੀ ਰੇਟ ਬਹੁਤ ਵਧੀਆ ਹੈ ਦੇਸ਼ ਦੇ ਵਿੱਚ। ਪ੍ਰੋਬਲਮ ਕਿੱਥੇ ਹੈ ਕਿ ਐਡਾ ਵੱਡਾ ਲਿਟਰੇਸੀ ਰੇਟ ਹੋਣ ਦੇ ਬਾਵਜੂਦ ਵੀ ਦੇਸ਼ ਦੀਆਂ ਟੌਪ ਪੋਜੀਸ਼ਨਾਂ ਦੇ ਵਿੱਚ ਅਸੀਂ ਨਹੀਂ ਹਾਂ। ਸਵਾਈ ਸਾਡੇ ਕੋਲੇ ਜਦੋਂ ਵੀ ਪ੍ਰੋਮੀਨੈਂਟ ਸਿੱਖਾਂ ਦੀ ਗੱਲ ਕਰਨ ਦਾ ਟਾਈਮ ਆਉਂਦਾ ਹੈ ਤਾਂ ਸਾਡੇ ਕੋਲੇ ਲੈ ਦੇ ਕੇ ਗੱਲ ਮਨਮੋਹਨ ਸਿੰਘ ਤੋਂ ਚੱਲਦੀ ਹੈ ਤੇ ਮੌਂਟੇਕ ਸਿੰਘ ਆਹਲੂਵਾਲੀਆ ਦੇ ਆ ਕੇ ਖਤਮ ਹੋ ਜਾਂਦੀ ਹੈ। ਠੀਕ ਹੈ, ਸਾਡੇ ਕੋਲੇ ਆਪਣੀਆਂ ਪਾਲਿਸੀਆਂ ਬਣਾਉਣ ਵਾਲੇ, ਨੀਤੀਆਂ ਬਣਾਉਣ ਵਾਲੇ ਨੀਤੀ ਘਾੜੇ ਹੀ ਨਹੀਂ ਹੈ। ਅਸੀਂ ਹਮੇਸ਼ਾ ਸੈਂਟਰ ਤੇ ਨਿਰਭਰ ਰਹਿ ਜਾਂਦੇ ਹਾਂ। ਬਿਊਰੋਕ੍ਰੇਸੀ ਦੇ ਵਿੱਚ ਅਸੀਂ ਨਹੀਂ ਹਾਂ। ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਜਿਹੜੇ IAS ਲੌਬੀ ਹੈ ਪੂਰੀ ਦੀ ਪੂਰੀ, ਤੁਸੀਂ ਉਹਦੇ ਵਿੱਚ ਸਿੱਖਾਂ ਨੂੰ ਨਹੀਂ ਦੇਖੋਗੇ। ਸਾਡੀ ਪ੍ਰੋਬਲਮ ਇਹ ਹੈ ਕਿ ਸਾਡੇ ਵਿੱਚ ਲਿਟਰੇਸੀ ਰੇਟ ਬਹੁਤ ਹਾਈ ਹੈ, ਲੇਕਿਨ ਇਹਦਾ ਮਤਲਬ ਕੀ ਹੈ? ਇੰਟੈਲੈਕਚੁਅਲਿਟੀ ਪੈਦਾ ਕਰਨ ਦੇ ਮਾਮਲੇ ਉੱਪਰ ਅਸੀਂ ਇਹੋ ਜਿਹੀਆਂ ਚੀਜ਼ਾਂ 'ਚ ਪਛੜ ਰਹੇ ਹਾਂ। ਇਹੀ ਤਾਂ ਚੀਜ਼ ਹੈ ਜਿਹੜੀ ਸਾਡੀ ਗੱਲ ਸੁਣੀ ਨਹੀਂ ਜਾਂਦੀ। ਸਾਡੀ ਸਰਕਾਰ ਵਿੱਚ ਨਹੀਂ ਸੁਣੀ ਜਾਂਦੀ, ਸਾਡੀ ਬਿਊਰੋਕ੍ਰੇਸੀ ਵਿੱਚ ਨਹੀਂ ਸੁਣੀ ਜਾਂਦੀ, ਸਾਡੀ ਕਿਤੇ ਨਹੀਂ ਸੁਣੀ ਜਾਂਦੀ, ਕਿਉਂਕਿ ਸਾਡੀ ਗੱਲ ਕਰਨ ਵਾਲੀ IAS ਲੌਬੀ ਜਿਹੜੀ ਹੈ ਉਹ ਦੇਸ਼ ਵਿੱਚ ਕਿਤੇ ਨਹੀਂ ਹੈ। ਇਹ ਇੱਕ ਬਹੁਤ ਡਰਾ ਦੇਣ ਵਾਲਾ ਸੱਚ ਹੈ ਕਿ 5% ਬ੍ਰਾਹਮਣਾਂ ਦੇ ਕੋਲੇ ਦੇਸ਼ ਦੀਆਂ 34% ਟੌਪ ਪੋਜੀਸ਼ਨਾਂ ਨੇ। ਕੋਈ ਸਾਨੂੰ ਉਹਨਾਂ ਨਾਲ ਜੈਲਸੀ ਨਹੀਂ ਹੈ। ਉਹਨਾਂ ਬੰਦਿਆਂ ਦੀ ਮਿਹਨਤ ਹੈ, ਮਿਹਨਤ ਨਾਲ ਪਹੁੰਚੇ ਨੇ। ਉਹ ਜਰਨਲ ਵਾਲੇ ਨੇ, ਉਹ ਕੋਟੇ ਵਾਲੇ ਵੀ ਨਹੀਂ ਨੇ। ਠੀਕ ਹੈ, ਉਹ ਕਿਸੇ ਤਾਕਤ ਨਾਲ ਪਹੁੰਚੇ ਨੇ। ਉਹ ਕੋਟੇ ਵਾਲੇ ਲੋਕ ਨਹੀਂ ਹੈ, ਜਰਨਲ ਵਾਲੇ ਲੋਕ ਨੇ। 5% ਬ੍ਰਾਹਮਣਾਂ ਦੇ ਕੋਲੇ 34% ਦੇਸ਼ ਦੀਆਂ ਪੋਸਟਾਂ ਮੰਨੀਆਂ ਜਾ ਰਹੀਆਂ ਨੇ। ਤੇ ਇਹਦਾ ਮਤਲਬ ਕੀ ਹੈ ਕਿ ਅਸੀਂ ਪਛੜ ਗਏ ਪੰਜਾਬ ਦੇ ਵਿੱਚ। ਅਸੀਂ ਪੋਜੀਸ਼ਨ ਹਾਸਲ ਕਰ ਸਕਦੇ ਸੀ, ਅਸੀਂ ਸਿਵਲ ਦੇ ਵਿੱਚ, ਜੁਡੀਸ਼ਰੀ ਦੇ ਵਿੱਚ, ਹਰ ਇੱਕ ਜਗ੍ਹਾ ਤੇ ਪਛੜਦੇ ਜਾ ਰਹੇ ਹਾਂ। ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਸਾਡੀ ਕੋਈ ਨਾ ਕੋਈ ਤਾਂ ਸਾਡੇ ਗਲਤ ਫਾਰਮੂਲੇ ਨੇ, ਸਾਡਾ ਗਲਤ ਦ੍ਰਿਸ਼ਟੀਕੋਣ ਹੈ। ਅੱਜ ਵੀ ਸਿੱਖਾਂ ਦੇ ਪ੍ਰਤੀ, ਸਿੱਖ ਕੌਮ ਦੇ ਪ੍ਰਤੀ, ਸਾਡੇ ਭਵਿੱਖ ਪ੍ਰਤੀ ਅਸੀਂ ਸ਼ੋਰ ਨਹੀਂ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ। ਮੈਂ ਅਗਲਾ ਸਵਾਲ ਵੀ ਸੋਸ਼ਲ ਮੀਡੀਆ ਤੋਂ ਲੈ ਰਹੀ ਹਾਂ। ਉਹ ਇਹ ਲੋਕ ਲਿਖ ਰਹੇ ਸੀਗੇ ਕਿ ਇਸ ਬਿਆਨ ਪਿੱਛੇ ਰਾਜਨੀਤੀ ਹੈ। ਮੈਂ ਚਾਹੁੰਦੀ ਜਿੱਦਾਂ ਤੁਸੀਂ ਡਿਟੇਲ 'ਚ ਗੱਲ ਕਹੀ ਆ ਕੀਤੀਆਂ ਹੁਣ ਤੁਸੀਂ, ਜੋ ਇੰਟੈਲੈਕਚੁਅਲਸ ਦੀ ਕਮੀ ਕਰਕੇ, ਔਰ ਤੁਸੀਂ ਇਤਿਹਾਸ ਬਾਰੇ ਥੋੜ੍ਹੇ ਜਿਹੇ, ਇਹਦੇ ਪਿੱਛੇ ਰਾਜਨੀਤੀ ਕਿਵੇਂ ਹੋ ਸਕਦੀ ਹੈ? ਜਾਂ ਉਹ ਲੋਕ ਜਿਹੜੇ ਇਹ ਗੱਲ ਕਹਿ ਰਹੇ ਵੀ ਜਥੇਦਾਰ ਸਾਹਿਬ ਜੀ ਨੇ ਪੋਲੀਟੀਕਲੀ ਮੋਟੀਵੇਸ਼ਨ ਦੇ ਨਾਲ ਇਹ ਜਿਹੜਾ ਮੋਨੋਲੋਗ ਦਿੱਤਾ ਆ, ਇਹਦੇ ਪਿਛਲੀ ਰਾਜਨੀਤੀ ਕੀ ਹੈ? ਪਹਿਲੀ ਵਾਰੀ ਪੰਜਾਬ ਨੇ ਪੰਜਾਬੀ ਹੋ ਕੇ ਵੋਟ ਪਾਈ ਹੈ ਹਾਲੀਆ ਚੋਣਾਂ ਦੇ ਵਿੱਚ। ਭੁੱਲ ਜੋ ਕਿ ਆਪ ਨੂੰ ਪਾਈ ਹੈ, ਕਿਹਨੂੰ ਪਾਈ ਹੈ, ਨਹੀਂ ਮੈਂ ਸਰਕਾਰ ਮਗਰ ਨਹੀਂ ਜਾਂਦਾ। ਮੈਂ ਇਹਨਾਂ ਚੋਣਾਂ ਦਾ ਪੋਜ਼ਿਟਿਵ ਪੱਖ ਕੀ ਦੇਖਦਾ ਕਿ ਸਿੱਖਾਂ ਨੇ ਸਿੱਖ ਲੀਡਰਾਂ ਨੂੰ ਰਿਜੈਕਟ ਕਰਤਾ, ਹਿੰਦੂਆਂ ਨੇ BJP ਰਿਜੈਕਟ ਕਰਤੀ, ਦਲਿਤਾਂ ਨੇ ਚੰਨੀ ਹੋਰਾਂ ਦਾ ਪੂਰਾ ਟੋਲਾ ਰਿਜੈਕਟ ਕਰਤਾ। ਇਹਦਾ ਮਤਲਬ ਪਹਿਲੀ ਵਾਰੀ ਪੰਜਾਬੀਆਂ ਨੇ ਦੇਸ਼ ਦੇ ਵਿੱਚ ਪੰਜਾਬੀ ਹੋ ਕੇ ਵੋਟ ਪਾਈ ਹੈ। ਇਹ ਚੇਤਨਾ ਬਹੁਤ ਕਮਾਲ ਦੀ ਹੈ। ਇੱਕ ਪੰਜਾਬ ਪ੍ਰਤੀ ਸਾਡੇ ਲੋਕਾਂ ਦੇ ਅੰਦਰ ਇੱਕ ਚੀਜ਼ ਜਾਗ ਪਈ ਕਿ ਨਹੀਂ ਯਾਰ, ਸਾਡਾ ਭਲਾ ਇਹ ਪੋਲੀਟੀਕਲ ਪਾਰਟੀਆਂ ਨਹੀਂ ਕਰ ਰਹੀਆਂ, ਤਾਂ ਅਸੀਂ ਨਵੀਂ ਪਾਰਟੀ ਟਰਾਈ ਕਰਨੀ ਚਾਹੁੰਦੇ ਹਾਂ। ਉਹਨਾਂ ਨੇ ਸਾਰੇ ਪੁਰਾਣੇ ਫੰਡੇ ਛੱਡਦੇ, ਧਰਮਾਂ ਦੇ, ਜਾਤਾਂ ਦੇ। ਹੁਣ ਜਥੇਦਾਰ ਸਾਹਿਬ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਪਾ ਰਹੇ। ਮੈਨੂੰ ਇਦਾਂ ਲੱਗਦਾ 2 ਪਾਰਟੀ ਸਿਸਟਮ ਚੋਂ ਬਾਹਰ ਨਹੀਂ ਨਿਕਲ ਰਹੇ। ਇਹਨਾਂ ਨੂੰ ਅਕਾਲੀ ਦਲ, ਕਾਂਗਰਸ ਪਤਾ ਸੀ, ਹੁਣ ਆਮ ਆਦਮੀ ਪਾਰਟੀ ਨਾਲ ਡੀਲ ਕਰਨਾ ਨਹੀਂ ਆਉਂਦਾ। ਹਾਂ, ਬੇਸਿਕਲੀ ਉਹਨਾਂ ਦੀ ਅਕਾਲੀਆਂ ਨਾਲ ਹੈਗੀ ਐਸੋਸੀਏਸ਼ਨ, ਇਸ ਗੱਲ 'ਚ ਕੋਈ ਦੋ ਰਾਏ ਨਹੀਂ। ਉਹ ਬਾਦਲ ਸਾਹਿਬ ਪਰਿਵਾਰ ਦੇ ਨੇੜੇ ਹੈ,
ਉਹ ਕਿਤੇ ਨਾ ਕਿਤੇ ਉਹਨਾਂ ਨੂੰ ਆਕਸੀਜਨ ਦੇਣ ਦੇ ਲਈ ਇਹੋ ਜਿਹੇ ਬਿਆਨ ਦੇ ਰਹੇ ਆ। ਇੱਥੇ ਮਾਮੂਲੀ ਜਿਹਾ ਹਾਲਾਤ ਖਰਾਬ ਹੋਣਗੇ, ਸਰਕਾਰ ਡਿਸਟਰਬ ਹੋਊਗੀ। ਮੈਂ ਫਿਰ ਕਹਿਣਾ, ਮੈਨੂੰ ਕੋਈ ਆਪ ਦੀ ਉਹ ਨਹੀਂ ਹੈ, ਸਰਕਾਰ ਕਿਸੇ ਦੀ ਵੀ ਹੋਵੇ ਉਸ ਨੂੰ ਡਿਸਟਰਬ ਕਰਨ ਦੇ ਲਈ ਵਾਰ-ਵਾਰ ਇਹੋ ਜਿਹੀਆਂ ਪ੍ਰੋਬਲਮਸ ਕ੍ਰੀਏਟ ਕੀਤੀਆਂ ਜਾਂਦੀਆਂ ਨੇ। ਤਾਂ ਇਹ ਵੀ ਉਧਰ ਦੀ ਇੱਕ ਪ੍ਰੋਬਲਮ ਹੈ। ਥੋੜੇ ਦਿਨ ਪਹਿਲਾਂ ਹੀ ਜਥੇਦਾਰ ਸਾਹਿਬ ਇੱਕ ਹੋਰ ਬਿਆਨ ਦੇ ਕੇ ਗਏ ਨੇ, ਜਿਹੜਾ ਬੜਾ ਫਨੀ ਬਿਆਨ ਹੈ ਨਾ। ਉਹ ਕਹਿ ਰਹੇ ਨੇ ਕਿ ਹਰ ਇੱਕ ਸਿੱਖ ਨੂੰ 4 ਜਵਾਕ ਜੰਮਣੇ ਚਾਹੀਦੇ ਆ। ਠੀਕ ਹੈ, ਜਥੇਦਾਰ ਸਾਹਿਬ ਕਿਹੜੀਆਂ ਫੈਨਾਟਿਕ ਗੱਲਾਂ ਕਰ ਰਹੇ ਨੇ। ਸਿੱਖਾਂ ਨੇ ਆਬਾਦੀ ਕੰਟਰੋਲ ਕੀਤੀ ਹੈ, ਧਰਤੀ ਤੇ ਵੱਧਦੇ ਭਾਰ ਦੇ ਚਲਦੇ ਆਪਣੀ ਇਕਨੋਮਿਕਸ ਬਚਾਉਣ ਦੇ ਲਈ ਜੱਟਾਂ ਨੇ ਬਹੁਤ ਸਿਆਣੀ ਗੱਲ ਕੀਤੀ ਕਿ ਜ਼ਮੀਨ ਉੱਪਰ ਹੋਰ ਭਾਰ ਨਾ ਵਧੇ, ਕਿਸੇ ਤਰੀਕੇ ਅਸੀਂ ਬਚ ਜਾਈਏ, ਸਾਡੀ ਜ਼ਮੀਨ ਬਚ ਜੇ, ਹੋਰ ਨਾ ਵੰਡੀ ਜਾਵੇ। ਜਥੇਦਾਰ ਸਾਹਿਬ ਕਹਿ ਰਹੇ 4 ਜਵਾਕ ਜੰਮਣ। ਇਹ ਬਹੁਤ ਖਤਰਨਾਕ ਬਿਆਨ ਹੈ। ਜੇ 4 ਜਵਾਕ ਜੰਮ ਕੇ ਤੁਸੀਂ ਕੈਨੇਡਾ ਭੇਜ ਦੇਣੇ ਆ ਚਾਰੇ ਦੇ ਚਾਰੇ, ਫਿਰ ਤੁਸੀਂ ਕਾਹਦੇ ਲਈ ਜੰਮਣੇ? ਇੱਥੇ ਰੁਕਣ ਦਾ ਕੋਈ ਪਲਾਨ ਨਹੀਂ ਹੈ। ਔਰ ਜਥੇਦਾਰ ਸਾਹਿਬ ਉਹ ਬਿਆਨ ਦੇ ਰਹੇ ਜਿਹੜੇ ਸਰਕਾਰਾਂ ਨਾਲ ਜੁੜੇ ਹੋਏ ਆ, ਜਿਹਦੇ ਪਿੱਛੇ ਪੋਲਿਟਿਕਸ ਹੈ। ਜਥੇਦਾਰ ਸਾਹਿਬ 4 ਜਵਾਕ ਜੇ ਮੰਨ ਲਓ ਤੁਸੀਂ ਜੰਮਣਾ ਚਾਹੁੰਦੇ ਹੋ, ਉਹਨਾਂ 4 ਨੂੰ ਰੋਟੀ ਰੋਜੀ, ਫਿਰ ਇਹ ਨਾ ਕਹੀਓ ਕਿ ਹੁਣ ਵਾਹਿਗੁਰੂ ਦੇਊਗਾ, ਨਹੀਂ। ਗੁਰਦੁਆਰੇ ਨਹੀਂ ਚਲੇ ਜਾਣਾ। ਔਰ ਕੱਲ ਨੂੰ ਜਥੇਦਾਰ ਸਾਹਿਬ ਇਹ ਵੀ ਕਹਿ ਦੇਣਗੇ ਕਿ 2-2 ਵਿਆਹ ਕਰਾ ਲਓ, ਬੱਚੇ ਜ਼ਿਆਦਾ ਚਾਹੀਦੇ। ਹਾਂਜੀ, ਨਹੀਂ ਚਾਹੀਦੇ ਤਾਂ 2-2 ਕਰਾ ਲਓ। ਫਿਰ ਤੁਸੀਂ ਉਹੀ ਜੋ ਅਸੀਂ ਮੁਸਲਮਾਨਾਂ ਨੂੰ ਜਿਹੜੀ ਗੱਲ ਤੇ ਟਾਰਗੇਟ ਕਰਦੇ ਆਏ ਕਿ ਉਹਨਾਂ ਨੇ 4 ਜਵਾਕ ਜੰਮੇ ਔਰ ਉਹਨਾਂ ਨੇ ਆਬਾਦੀ ਵਧਾਈ। ਅੱਜ ਵੀ ਦੇਸ਼ ਦੇ ਵਿੱਚ ਲਿਟਰੇਸੀ ਰੇਟ ਦੇਖੋਗੇ ਮੁਸਲਮਾਨਾਂ ਦਾ ਅੱਧਾ ਹੈ ਸਾਡੇ ਮੁਕਾਬਲੇ, 46% ਤੇ ਖੜੇ ਨੇ ਉਹ। ਠੀਕ ਹੈ, ਤਾਂ ਅਸੀਂ ਕੀ ਉਹੋ ਜਿਹਾ ਚਾਹੁੰਦੇ ਹਾਂ? ਅਫਗਾਨਿਸਤਾਨ ਵਰਗਾ ਵਧਣਾ ਚਾਹੁੰਦੇ ਹਾਂ? ਨਹੀਂ। ਸਿੱਖ ਇੱਕ ਇਹੋ ਜਿਹੀ ਕੌਮ ਹੈ ਜਿਸ ਨੇ ਲਿਟਰੇਸੀ ਰੇਟ ਹੀ ਨਹੀਂ ਵਧਾਇਆ, ਕੁਆਲਿਟੀ ਲਾਈਫ ਬਹੁਤ ਇੰਪਰੂਵ ਕੀਤੀ ਹੈ। ਉਹਨਾਂ ਨੇ ਆਪਣੀ ਫੈਮਿਲੀ ਦੇ ਵਿੱਚ 1 ਜਾਂ 2 ਬੱਚਿਆਂ ਤੱਕ ਆਪਣੇ ਆਪ ਨੂੰ ਸੀਮਿਤ ਕੀਤਾ। ਉਹਨਾਂ ਨੇ ਫੈਮਿਲੀ ਵੈਲਿਊਜ਼ ਬਚਾ ਕੇ ਰੱਖੀਆਂ। ਇਸ ਦੇ ਬਾਵਜੂਦ ਉਹਨਾਂ ਨੇ ਆਪਣਾ ਲਾਈਫ ਕੁਆਲਿਟੀ ਸੁਧਾਰੀ ਹੈ। ਜਿੱਥੇ ਵੀ ਦੁਨੀਆ ਦੇ ਵਿੱਚ ਗਏ ਆ, ਉਹਨਾਂ ਨੇ ਆਪਣੇ ਆਪ ਨੂੰ ਬੁਲੰਦ ਕੀਤਾ। ਤਾਂ ਇਹ ਚੀਜ਼ ਜਿਹੜੀ ਹੈਗੀ ਜਥੇਦਾਰ ਸਾਹਿਬ ਦੇ ਜਿਹੜੇ ਮੱਧਕਾਲੀ ਬਿਆਨ ਨੇ ਨਾ, ਸਾਨੂੰ ਐਂ ਲੱਗਣ ਲੱਗ ਪੈਂਦਾ ਕਿ ਉਹ ਪੋਲੀਟੀਕਲ ਸਾਜ਼ਿਸ਼ ਹੈ। ਔਰ ਅਸੀਂ ਇਹ ਵੀ ਸਮਝਦੇ ਹਾਂ ਕਿਤੇ ਨਾ ਕਿਤੇ ਉਹ ਮਾਹੌਲ ਨੂੰ ਫਿਰ ਸੰਕੀਰਨਤਾ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੀ ਚੀਜ਼ ਦੇ ਲਈ ਅਸੀਂ RSS ਨੂੰ ਤੇ ਸੰਘ ਨੂੰ ਟਾਰਗੇਟ ਕਰਦੇ ਹਾਂ, ਅਸੀਂ ਚਾਹੁੰਦੇ ਉਹੀ ਚੀਜ਼ਾਂ ਸਾਡੇ ਵਿੱਚ ਆ ਜਾਣ। ਉਹ ਮੈਨੂੰ ਇੱਦਾਂ ਲੱਗਦਾ ਜਥੇਦਾਰ ਸਾਹਿਬ ਕਿਤੇ ਨਾ ਕਿਤੇ ਸੰਘ ਤੇ ਭਾਜਪਾ ਤੋਂ, ਉਹਨਾਂ ਦੇ ਖਿਲਾਫ ਲੜਦੇ ਲੜਦੇ ਪ੍ਰਭਾਵਿਤ ਹੋ ਗਏ ਉਹਨਾਂ ਤੋਂ। ਇਹ ਬੜੀ ਵੱਡੀ ਪ੍ਰੋਬਲਮ ਹੈ ਕਿ ਤੁਸੀਂ ਦੁਸ਼ਮਣ ਆਪਣੇ ਜਿਹੋ ਜਿਹੇ ਚੁਣਦੇ ਹੋ, ਤੁਹਾਨੂੰ ਦੁਸ਼ਮਣਾਂ ਦੇ ਪੱਧਰ ਤੇ ਉਤਰਨਾ ਪੈਂਦਾ ਹੈ। ਮਨਵੀਰ, ਉਹੋ ਜਿਹੇ ਹਥਿਆਰ ਇਸਤੇਮਾਲ ਕਰਨੇ ਪੈਂਦੇ ਨੇ। ਹੁਣ ਜੇ ਤੁਸੀਂ ਸੰਘ ਨੂੰ ਦੁਸ਼ਮਣ ਮੰਨ ਲਓਗੇ ਤਾਂ ਤੁਸੀਂ ਇਹੋ ਜਿਹੇ ਹਥਿਆਰ ਹੀ ਚੂਜ਼ ਕਰੋਗੇ। ਨਹੀਂ, ਜਥੇਦਾਰ ਸਾਹਿਬ ਨੂੰ ਇਹ ਮੈਨੂੰ ਲੱਗਦਾ ਉਹਨਾਂ ਦਾ ਬਿਆਨ ਸਹੀ ਨਹੀਂ। ਹਥਿਆਰਬੰਦ ਸਿੱਖ ਤੁਸੀਂ ਵੇਖੇ ਹੋਣਗੇ, ਮੈਨੂੰ ਲੱਗਦਾ 80ਵੇਂ ਦਹਾਕਿਆਂ ਦੇ ਵਿੱਚ, ਜਦੋਂ ਅਸੀਂ ਵੀ ਕੁਝ ਤਸਵੀਰਾਂ 'ਚ ਦੇਖਦੇ ਹਾਂ ਜਿਹਦੇ 'ਚ AK-47 ਅਸੌਲਟ ਵੈਪਨ ਹੱਥਾਂ ਦੇ ਵਿੱਚ ਫੜੇ ਵਾਲੀਆਂ ਪੁਰਾਣੀਆਂ ਤਸਵੀਰਾਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਘੁੰਮਦੀਆਂ ਰਹਿੰਦੀਆਂ ਨੇ। ਕਿਵੇਂ ਦਾ ਸੀ ਉਹ ਦੌਰ ਜਦੋਂ ਸਿੱਖਾਂ ਨੇ ਹਥਿਆਰ ਫੜੇ ਸੀ? ਉਹ ਖਤਰਨਾਕ ਦੌਰ ਸੀ, ਉਹ ਡਰਾ ਦੇਣ ਵਾਲਾ ਦੌਰ ਸੀ, ਇੱਕ ਅੰਨੀ ਲੜਾਈ ਸੀ। ਆਪਣੇ ਬਗਾਨੇ ਦਾ ਫਰਕ ਨਹੀਂ ਸੀ ਪਤਾ ਲੱਗਦਾ। ਪ੍ਰੋਬਲਮ ਇਹ ਨਹੀਂ ਸੀ, ਮੈਂ ਕਹਿੰਦਾ ਕਿ ਜਿਹੜੇ ਸਿੱਖ ਲੜ ਰਹੇ ਸਨ, ਜਿਹੜੇ ਸੱਚੀ ਮੁੱਚੀ ਕਮਿਟਡ ਸਨ, ਅਸੀਂ ਉਹਨਾਂ ਨੂੰ ਸਜਦਾ ਕਰਦੇ ਹਾਂ, ਹੈ ਨਾ। ਜਿਨ੍ਹਾਂ ਨੂੰ ਸੱਚੀ ਮੁੱਚੀ ਲੱਗਿਆ ਕਿ ਕੋਈ ਕਮਿਟਮੈਂਟ ਹੈ। ਗਲਤ ਠੀਕ ਹੋਣਾ ਅਲੱਗ ਚੀਜ਼ ਹੈ, ਧਰਮ ਤੇ ਕੌਮ ਦੇ ਲਈ ਲੜਨਾ ਇੱਕ ਅਲੱਗ ਚੀਜ਼ ਹੈ। ਜਿਹੜੇ ਸਹੀ ਮਾਇਨਿਆਂ ਦੇ ਵਿੱਚ ਲੋਕ ਲੜ ਰਹੇ ਸਨ, ਅਸੀਂ ਅੱਜ ਵੀ ਕਹਿੰਦੇ ਹਾਂ ਕਿ ਸਤਿਕਾਰ ਦੇ ਕਾਬਿਲ ਨੇ। ਪਰ ਪ੍ਰੋਬਲਮ ਇਹ ਹੈ ਕਿ ਉਸ ਵੇਲੇ ਮਨਵੀਰ ਬਹੁਤੇ ਲੋਕਾਂ ਦੀ ਪਰਖ ਕਰਨੀ ਬਹੁਤ ਔਖੀ ਸੀ। ਕਿਹੜਾ ਗੱਦਾਰ ਹੈ, ਕਿਹੜਾ ਆਪਣਾ ਹੈ, ਕਿਹੜਾ ਪੁਲਿਸ ਦੀ ਕੈਟ ਹੈ, ਕਿਹੜਾ ਏਜੰਸੀ ਦਾ ਬੰਦਾ ਹੈ, ਕਿਹੜਾ ਫੇਕ ਹੈ, ਕਿਹੜਾ ਚੋਰ ਡਾਕੂ ਹੈ। ਬਹੁਤ ਸਾਰੇ ਲੋਕ ਸਨ ਜਿਹੜੇ ਕਿ ਉਸ ਲੜਾਈ ਦੇ ਵਿੱਚ ਸ਼ਾਮਲ ਹੋ ਗਏ ਸਨ। ਤਾਂ ਉਹਨਾਂ ਸਾਰਿਆਂ ਨੇ ਰਲ ਕੇ ਇੱਕ ਇਹੋ ਜਿਹਾ ਗੰਦਲਾ ਮਾਹੌਲ ਕ੍ਰੀਏਟ ਕੀਤਾ ਕਿ ਲੋਕ ਜਿਹੜੇ ਸਨ ਉਹ ਡਰੇ ਹੋਏ ਸਨ। ਉਹ ਕਿਸੇ ਨੂੰ ਆਪਣਾ ਨਹੀਂ ਕਹਿ ਸਕਦੇ, ਕਿਸੇ ਨੂੰ ਬੇਗਾਨਾ ਨਹੀਂ ਕਹਿ ਸਕਦੇ ਸੀ, ਜਿਸ ਕਰਕੇ ਉਹ ਮੂਵਮੈਂਟ ਜਿਹੜੀ ਸੀ ਖਿੰਡ ਗਈ ਬਿਨਾਂ ਕੋਈ ਫਰਕ ਪਾਏ। ਮੈਂ ਸਮਝਦਾ ਕਿ ਉਸਨੇ ਬਹੁਤ ਜ਼ਿਆਦਾ ਫਰਕ ਨਹੀਂ ਪਾਇਆ। ਸਾਨੂੰ ਸਿੱਖਾਂ ਨੂੰ ਕੋਈ ਬਹੁਤ ਫਾਇਦਾ ਨਹੀਂ ਕੀਤਾ ਉਸ ਮੂਵਮੈਂਟ ਨੇ, ਕਿਉਂਕਿ ਉਹਦਾ ਕਾਰਨ ਇਹ ਸੀ ਕਿ ਅਸੀਂ ਫਿਰ ਉਹੀ ਇੱਕੋ ਤਰੀਕੇ ਨਾਲ ਲੜ ਰਹੇ ਸੀ, ਤਾਕਤ ਦੇ ਨਾਲ। ਮੈਂ ਫਿਰ ਰਿਪੀਟ ਕਰਦਾ ਕਿ ਜੇ ਤੁਸੀਂ ਕਿਸੇ ਵੇਲੇ ਲੜਨਾ ਪਵੇ ਸਰਕਾਰਾਂ ਦੇ ਨਾਲ, ਸਰਕਾਰਾਂ ਦੇ ਖਿਲਾਫ ਤੁਸੀਂ ਪਿਸਤੌਲਾਂ ਨਾਲ, ਟੈਂਕ ਨਹੀਂ, ਉਹਨਾਂ ਨੇ ਟੈਂਕ ਚਾੜ੍ਹਤੇ ਲਿਆ ਕੇ ਦਰਬਾਰ ਸਾਹਿਬ ਤੇ, ਤਾਂ ਤੁਸੀਂ ਉੱਥੇ ਬੰਦੂਕਾਂ ਨਾਲ ਟੈਂਕਾਂ ਦਾ ਸਾਹਮਣਾ ਨਹੀਂ ਸੀ ਕਰ ਸਕਦੇ, ਨਹੀਂ ਕਰ ਸਕੋਗੇ। ਸਾਨੂੰ ਸੋਚਣਾ ਪਏਗਾ ਕਿ ਸਾਡੇ ਹਥਿਆਰ ਜਿਹੜੇ ਨੇ, ਜੇ ਮੰਨ ਲਓ ਕਿਸੇ ਲੈਵਲ ਤੇ ਅਸੀਂ ਮਹਿਸੂਸ ਕਰੀਏ ਕਿ ਸਾਨੂੰ ਬਹੁ ਗਿਣਤੀ ਤੋਂ ਆਪਣੀ ਪਛਾਣ ਨੂੰ ਖਤਰਾ ਹੈ, ਜਾਂ ਅਸੀਂ ਮਹਿਸੂਸ ਕਰੀਏ ਕਿ ਨਹੀਂ ਸਾਨੂੰ ਕੇਂਦਰ ਤੋਂ ਖਤਰਾ ਹੈ, ਤਾਂ ਫਿਰ ਤੁਸੀਂ ਕੇਂਦਰ ਦੇ ਨਾਲ ਤਾਕਤ ਦੇ ਦਮ ਤੇ ਨਹੀਂ ਲੜ ਸਕਦੇ। ਤੁਹਾਨੂੰ ਆਪਣੇ ਹਥਿਆਰ ਰਿਵਿਊ ਕਰਨੇ ਪੈਣਗੇ। ਮੈਨੂੰ ਲੱਗਦਾ ਹੈ ਸਟਿਲ ਕਿ ਸਾਡੇ ਹਥਿਆਰ ਉਹੀ ਨੇ ਜੋ ਸਾਨੂੰ ਬਾਬਾ ਨਾਨਕ ਨੇ ਸਿਖਾਇਆ, ਵਿਦਿਆ, ਠੀਕ ਹੈ, ਇੰਟੈਲੈਕਚੁਅਲਿਟੀ। ਸਾਨੂੰ ਉਹ ਚੀਜ਼ਾਂ ਡਿਵੈਲਪ ਕਰਨੀਆਂ ਪੈਣਗੀਆਂ ਆਪਣੇ ਬੱਚਿਆਂ ਦੇ ਵਿੱਚ। ਕਿੱਡੀ ਮੰਦਭਾਗੀ ਗੱਲ ਹੈ ਕਿ ਅਸੀਂ ਦੇਸ਼ ਦੇ ਵਿੱਚ ਸਿਵਲ ਸਰਵਿਸ ਦੇ ਵਿੱਚ ਨਹੀਂ ਹਾਂ, ਅਸੀਂ ਜੁਡੀਸ਼ਰੀ ਦੇ ਵਿੱਚ ਘਟਦੇ ਜਾ ਰਹੇ ਹਾਂ ਰੈਗੂਲਰ। ਕਿਉਂ ਨਹੀਂ ਜਥੇਦਾਰ ਸਾਹਿਬ ਸਾਡੇ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ ਇਹ ਕਹਿੰਦੇ ਕਿ ਤੁਸੀਂ ਪੜ੍ਹੋ, ਅਸੀਂ ਤੁਹਾਨੂੰ ਬੈਕਅਪ ਦਿੰਦੇ ਹਾਂ, ਤੁਸੀਂ ਰਿਸਰਚ ਕਰੋ, ਅਸੀਂ ਤੁਹਾਨੂੰ ਫੰਡਿੰਗ ਦਿੰਦੇ ਹਾਂ। ਕੋਈ ਬੰਦਾ IAS ਦਾ ਐਗਜ਼ਾਮ ਸਿੱਖ ਜਿਹੜਾ ਬੱਚਾ ਹੈ ਕਰੈਕ ਕਰੇ, ਅਸੀਂ ਤੁਹਾਨੂੰ ਇਨਾਮ ਦਿੰਦੇ ਹਾਂ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2020 ਦੇ ਵਿੱਚ ਬਕਾਇਦਾ IAS ਕੋਚਿੰਗ ਸੈਂਟਰ ਖੋਲ੍ਹਿਆ, UPSC ਕੋਚਿੰਗ ਸੈਂਟਰ ਖੋਲ੍ਹਿਆ ਉਹਨਾਂ ਨੇ ਸਿੱਖ ਬੱਚਿਆਂ ਦੇ ਲਈ। ਅਸੀਂ ਪੰਜਾਬ 'ਚ ਕਿਉਂ ਨਹੀਂ ਖੋਲ੍ਹਦੇ?
ਔਰ ਕਿੱਡਾ ਵੱਡਾ ਬਜਟ ਐਸਜੀਪੀਸੀ ਦਾ। ਐਸਜੀਪੀਸੀ ਚਾਵੇ ਤਾਂ ਇੱਕ ਇੱਕ ਬੰਦੇ ਨੂੰ ਕਰੋੜ ਰੁਪਏ ਦੇ ਇਨਾਮ ਦੇਵੇ ਕਿ ਚੱਲ ਤੂੰ ਆਈਐਸ ਕਰੈਕ ਕਰ, ਤੈਨੂੰ ਅਸੀਂ ਇੰਨੇ ਪੈਸੇ ਦਿੰਨੇ ਆ, ਤਾਂ ਕਿ ਅਸੀਂ ਸਿੱਖਾਂ ਨੂੰ ਸਬੂਤ ਸ਼ਕਲਾਂ ਵਾਲੇ ਸਿੱਖਾਂ ਨੂੰ ਅਸੀਂ ਲਿਆ ਸਕੀਏ ਔਰ ਉਹਨਾਂ ਦੀ ਇੰਟੈਲੈਕਚੁਅਲਿਟੀ ਨੂੰ ਯੂਜ਼ ਕਰ ਸਕੀਏ। ਜੇ ਮਨਮੋਹਨ ਸਿੰਘ ਸਾਡੇ ਦੇਸ਼ ਦੇ ਕੰਮ ਆ ਸਕਦਾ ਹੈ, ਮਨਮੋਹਨ ਸਿੰਘ ਵਰਗੇ ਬਹੁਤ ਲੋਕ ਹੋਣਗੇ। ਟੈਕਨੋਲੋਜੀ ਦੇ ਵਿੱਚ ਬਾਹਰ ਜਾ ਕੇ ਸਾਡੇ ਬੱਚੇ ਉਹਨੇ ਨਜ਼ਰ ਨਹੀਂ ਆਉਂਦੇ, ਗੂਗਲ ਦੇ ਵਿੱਚ ਅਸੀਂ ਨਜ਼ਰ ਨਹੀਂ ਆਉਂਦੇ, ਅਸੀਂ ਇਨਫੋਟੈਕ ਕੰਪਨੀ 'ਚ ਅਸੀਂ ਨਜ਼ਰ ਨਹੀਂ ਆਉਂਦੇ। ਸਾਡੇ ਕੋਲ ਟੈਲੈਂਟ ਦੀ ਕਮੀ ਨਹੀਂ ਹੈ, ਉਸ ਟੈਲੈਂਟ ਨੂੰ ਔਨ ਨਹੀਂ ਕੀਤਾ ਜਾਂਦਾ। ਜਿਸ ਐਸਜੀਪੀਸੀ ਉਸ ਟੈਲੈਂਟ ਨੂੰ ਜਥੇਦਾਰ ਸਾਹਿਬ ਔਨ ਕਰਨਾ ਸ਼ੁਰੂ ਕਰ ਦੇਣ ਤਾਂ ਅਸੀਂ ਲੜਾਈ ਜਿੱਤ ਜਾਂਗੇ। ਸਾਡੇ ਕੋਲ ਇੱਕ ਦੁਨੀਆ 'ਚ ਉਦਾਹਰਨ ਹੈ ਜਿਊਇਸ਼ ਲੋਕਾਂ ਦੀ। ਉਹ ਜਿਊਇਸ਼ ਲੋਕ ਨੇ, ਤੁਸੀਂ ਦੇਖ ਲਓ ਦੁਨੀਆ ਦੇ 20 ਹੁਣ ਤੱਕ ਜਿੰਨੇ ਨੋਬਲ ਪ੍ਰਾਈਜ਼ ਦਿੱਤੇ ਗਏ ਨੇ 20% ਇਕੱਲੇ ਜਿਊਇਸ਼ ਕਮਿਊਨਿਟੀ ਕੋਲੇ। ਦੇ ਆਰ ਮੋਸਟ ਇੰਟੈਲੀਜੈਂਟ ਪੀਪਲ। ਕਿਉਂ? ਉੱਥੇ ਇਹਨਾਂ ਚੀਜ਼ਾਂ ਉੱਪਰ ਧਿਆਨ ਦਿੱਤਾ ਜਾਂਦਾ। ਜੰਮਣ ਤੋਂ ਪਹਿਲਾਂ ਬੱਚੇ ਨੂੰ ਮਿਊਜ਼ਿਕ ਸੁਣਾਇਆ ਜਾਂਦਾ, ਮੈਥ ਦੇ ਪਜ਼ਲਸ ਹੱਲ ਕਰਨੀਆਂ ਸਿਖਾਈਆਂ ਜਾਂਦੀਆਂ ਨੇ, ਤਾਂ ਉਹ ਦੁਨੀਆ ਨੂੰ ਘੁਮਾਈ ਫਿਰਦੇ ਆ। ਹਰ ਇੱਕ ਜਗ੍ਹਾ ਤੇ ਉਹਨਾਂ ਦੇ ਕਬਜ਼ੇ ਆ, ਬਿਜ਼ਨਸ ਤੇ, ਵਪਾਰ ਤੇ, ਟੈਕਨੋਲੋਜੀ। ਇੱਕ ਜਗ੍ਹਾ ਤੇ ਜਿਊਸ ਲੋਕ ਅੱਗੇ ਨੇ। ਸਭ ਤੋਂ ਵੱਧ ਸਿਆ ਵੀ ਉਹਨਾਂ ਨੇ, ਸਭ ਤੋਂ ਵੱਧ ਦੁੱਖ ਵੀ ਉਹਨਾਂ ਨੇ ਝੱਲੇ। ਸਾਡੇ ਵਰਗੇ ਲੋਕ ਨੇ ਉਹ। ਤੇ ਕਿਉਂ ਨਹੀਂ ਅਸੀਂ ਬਹੁਤ ਘੱਟ ਲੋਕਾਂ ਗਿਣਤੀ ਵਿੱਚ 2% ਆ, ਔਰ ਅਸੀਂ ਇਸੇ ਤਰੀਕੇ ਨਾਲ ਹੀ ਮਾਰ ਸਕਦੇ ਹਾਂ ਦੁਸ਼ਮਣ ਨਾਲ, ਉਹਨਾਂ ਦੇ ਵੱਡੇ ਆਪਣੇ ਕੱਦ ਵੱਡੇ ਕਰਕੇ। ਇੱਕ ਆਖਰੀ ਆਲਮੋਸਟ ਸਵਾਲ ਇਹ ਹੈ ਕਿ ਮੈਂ ਇਹਦੇ ਤੇ ਵੀ ਜ਼ਰੂਰ ਚਾਹੁੰਦੀ ਹਾਂ ਵੀ ਤੁਸੀਂ ਚਰਚਾ ਕਰੋ, ਆਪਣੀ ਟਿੱਪਣੀ ਜ਼ਰੂਰ ਦਿਓ। ਕਿੰਨਾ ਆਸਾਨ ਹੋ ਗਿਆ ਪਾਲੀ ਭੁਪਿੰਦਰ ਜੀ ਕਿ ਕਮਰੇ 'ਚ ਬੈਠੇ ਹੋ, ਮੋਬਾਈਲ ਫੋਨ ਤੇ ਤੁਸੀਂ ਸਟੇਟਮੈਂਟ ਰਿਕਾਰਡ ਕੀਤੀ, ਸੋਸ਼ਲ ਮੀਡੀਆ ਤੇ ਪਾਤੀ, ਅੱਗ ਵਾਂਗੂ ਫੈਲ ਜਾਂਦੀ ਹੈ। ਸਟੇਟ ਵੀ ਐਵੇਂ ਕਰਦੀ ਹੈ, ਸਟੇਟ ਦੇ ਲੈਜਿਸਲੇਚਰਸ, ਐਗਜ਼ੈਕਟਿਵਸ ਵੀ ਐਵੇਂ ਕਰਦੇ ਆ, ਅੱਜ ਧਰਮ ਦੇ ਸਾਡੇ ਜਥੇਦਾਰ ਸਾਹਿਬ ਵੀ ਐਵੇਂ ਕਰਦੇ ਹੋ। ਕਿਵੇਂ ਲੱਗਦਾ ਤੁਹਾਨੂੰ ਕਿ ਇਹ ਟ੍ਰੈਂਡ ਕਿਵੇਂ ਆ? ਕਿਉਂਕਿ ਇੰਨੀ ਜਲਦੀ ਲੋਕਾਂ ਦੇ ਵਿੱਚ ਫੈਲ ਜਾਣੀ ਖਬਰ, ਕੁਇਕਲੀ ਲੋਕਾਂ ਦੇ ਰਿਐਕਸ਼ਨਸ ਆਉਣ ਲੱਗ ਜਾਣੇ, ਪੋਲਰਾਈਜੇਸ਼ਨ ਹੋ ਜਾਂਦੀ ਆ, ਦੋ ਧੜੇ ਬਣ ਜਾਂਦੇ ਆ ਝਾਟੀ। ਕਿਵੇਂ ਵੇਖਦੇ ਹੋ ਇਹਨਾਂ ਨੂੰ? ਗਲਤ ਹੈ, ਬਿਲਕੁਲ ਗਲਤ ਹੈ। ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ ਹੈ, ਜਾਂ ਉਸ ਪੱਧਰ ਦੇ ਹਰ ਇੱਕ ਬੰਦੇ ਨੂੰ, ਕਿ ਉਹਨਾਂ ਨੇ ਸੁਸਾਇਟੀ ਵਿੱਚੋਂ ਨਫ਼ਰਤ ਘਟਾਣੀ ਹੈ, ਡਰ ਘਟਾਣਾ, ਉਹਨਾਂ ਨੇ ਵਧਾਉਣਾ ਨਹੀਂ ਹੈ। ਠੀਕ ਹੈ, ਤਾਂ ਹਰ ਇੱਕ ਲੀਡਰ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਆ। ਸੋਸ਼ਲ ਮੀਡੀਆ ਦਾ ਜ਼ਮਾਨਾ, 1 ਮਿੰਟ ਦੇ ਵਿੱਚ ਗੱਲ ਵਾਇਰਲ ਹੋ ਜਾਂਦੀ ਹੈ ਔਰ ਖਤਰਨਾਕ ਹੈ। ਕੱਲ੍ਹ ਦੇ ਇਸ ਬਿਆਨ ਨੇ ਸਿੱਖਾਂ ਦੇ ਵਿੱਚ ਹੀ 2 ਧੜੇ, ਸਿੱਖ ਆਲਰੇਡੀ ਬਹੁਤ ਵੰਡੇ ਹੋਏ ਆ। ਤਾਂ ਬਹੁਤ ਸਾਰੇ ਲੇਖ ਸਿੱਖ ਜਿਹੜੇ ਅਸੀਂ ਇਹ ਸਮਝਦੇ ਹਾਂ ਕਿ ਨਹੀਂ, ਸਾਨੂੰ ਪੜ੍ਹਨ ਲਿਖਣ ਦੀ ਲੋੜ ਹੈ, ਸਾਡੇ ਬੱਚਿਆਂ ਨੂੰ ਨੌਕਰੀਆਂ ਚਾਹੀਦੀਆਂ ਨੇ, ਰੁਜ਼ਗਾਰ ਚਾਹੀਦੀਆਂ ਨੇ, ਉਹਨਾਂ ਨੂੰ ਗਰੋ ਕਰਨਾ ਚਾਹੀਦਾ ਹੈ। ਉਹਨਾਂ ਦੇ ਹੱਥ 'ਚ ਪਿਸਤੌਲਾਂ ਨਹੀਂ, ਅਸੀਂ ਚਾਹੁੰਦੇ ਉਹਨਾਂ ਦੇ ਹੱਥ 'ਚ ਕਿਤਾਬਾਂ ਹੋਣ। ਤੁਸੀਂ ਪਿਸਤੌਲ ਫੜਾ ਦਿਓਗੇ, ਪਿਸਤੌਲ ਵਰਤਣ ਦੀ ਜਾਂਚ ਕਿਵੇਂ ਸਿਖਾਓਗੇ? ਅਕਲ ਸਾਨੂੰ ਪਹਿਲਾਂ ਤਾਂ ਸਾਨੂੰ ਅਕਲ ਦੇਣੀ ਪਊਗੀ ਕਿ ਪਿਸਤੌਲ ਤੁਸੀਂ ਕਿਹਦੇ ਖਿਲਾਫ ਵਰਤਣਾ। ਅਸੀਂ, ਸਾਡੇ ਗੁਰੂਆਂ ਨੇ ਤਲਵਾਰ ਚੱਕਣੀ ਸਾਨੂੰ ਸਿਖਾਈ ਹੈ, ਲੇਕਿਨ ਉਹ ਮਾੜੇ ਤੇ ਥੋੜੀ ਚੱਕਣੀ ਸਿਖਾਈ ਹੈ, ਬਿਨਾਂ ਗੱਲ ਤੋਂ ਥੋੜੀ ਚੱਕਣੀ ਸਿਖਾਈ ਹੈ। ਉਹਨਾਂ ਨੇ ਤਲਵਾਰ ਕਿਸੇ ਨੂੰ ਡਰਾਉਣ ਲਈ ਨਹੀਂ ਚੱਕੀ, ਉਹਨਾਂ ਨੇ ਲੋੜ ਨੂੰ ਚੱਕੀ। ਹੁਣ ਸਾਨੂੰ ਤਲਵਾਰ ਨਾਲੋਂ ਕਿਤੇ ਜ਼ਿਆਦਾ ਵਿਚਾਰ ਦੀ ਲੋੜ ਹੈ। ਔਰ ਜਥੇਦਾਰ ਸਾਹਿਬ ਜਿਹੜੇ ਨੇ, ਉਹ ਮੈਨੂੰ ਉਮੀਦ ਹੈ ਕਿ ਉਹ ਜ਼ਰੂਰ ਇਹਨਾਂ ਗੱਲਾਂ ਨੂੰ ਸੁਣਨਗੇ, ਵਿਚਾਰਨਗੇ, ਹੋਰ ਵੀ ਲੋਕ ਉਹਨਾਂ ਨੂੰ ਦੱਸਣਗੇ। ਜਥੇਦਾਰ ਸਾਹਿਬ ਨੂੰ ਪਾਰਟੀਕੂਲਰ ਮੇਰੀ ਇੱਕ ਬੇਨਤੀ ਹੈ ਕਿ ਉਹਨਾਂ ਦਾ ਬੜਾ ਸਤਿਕਾਰ ਹੈ। ਇੱਕ ਪੜ੍ਹੇ ਲਿਖੇ ਵਿਦਵਾਨ ਲੋਕ ਸਮਝੇ ਜਾਂਦੇ ਨੇ, ਉਹਨਾਂ ਦੇ ਜੋ ਬੰਦੇ ਉਹਨਾਂ ਨੂੰ ਸੁਣਦੇ ਨੇ ਹਮੇਸ਼ਾ ਉਹਨਾਂ ਦੀ ਤਾਰੀਫ ਕਰਦੇ ਨੇ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਉਹ ਅਕਾਲ ਤਖਤ ਦੇ ਜਥੇਦਾਰ ਬਣਨ। ਸਿੱਖਾਂ ਨੂੰ ਇੱਕ ਜਥੇਦਾਰ ਚਾਹੀਦਾ, ਉਹਨਾਂ ਨੂੰ ਕਿਸੇ ਪੋਲੀਟੀਕਲ ਪਾਰਟੀ ਦਾ ਸਪਾਂਸਰ ਜਥੇਦਾਰ ਨਹੀਂ ਚਾਹੀਦਾ। ਸੱਚੀ ਮੁੱਚੀ ਸਿੱਖ ਕੌਮ ਨੂੰ ਇੱਕ ਵਧੀਆ ਜਥੇਦਾਰ ਚਾਹੀਦਾ। ਸਿੱਖ ਕੌਮ ਨੂੰ ਸੱਚੀ ਮੁੱਚੀ ਅਗਵਾਈ ਦੀ ਲੋੜ ਹੈ। ਸਿੱਖ ਜਿਹੜੀ, ਅਸੀਂ ਬਿਲਕੁਲ ਸਿੱਖ ਮਹਿਸੂਸ ਕਰਦੇ ਹਾਂ ਕਿ ਸਿੱਖ ਜਿਹੜੇ ਆ ਲੀਡਰਸ਼ਿਪ ਵੀ ਹੁਣੇ ਲੋਕ ਹੈ। ਸਾਡੇ ਕੋਲੇ ਵਧੀਆ ਲੀਡਰਸ਼ਿਪ ਨਹੀਂ ਹੈ। ਜਥੇਦਾਰ ਸਾਹਿਬ ਇਹ ਭੂਮਿਕਾ ਅਦਾ ਕਰ ਸਕਦੇ ਆ, ਪਰ ਉਹ ਤਾਂ ਹੀ ਕਰਨਗੇ ਜੋ ਇੱਕ ਪਾਰਟੀਕੂਲਰ ਪਾਰਟੀ ਦੇ ਚੰਗਲ ਚੋਂ ਬਾਹਰ ਨਿਕਲਣਗੇ। ਉਹ ਪੂਰੇ ਸਿੱਖਾਂ ਨੂੰ ਅਪਣਾ ਲੈਣ, ਸਿੱਖ ਉਹਨਾਂ ਦੇ ਲਈ ਜ਼ਿਆਦਾ ਵੱਡੀ ਤਾਕਤ ਦੇ ਨਾਲ ਖੜਨਗੇ, ਔਰ ਮੈਨੂੰ ਲੱਗਦਾ ਇਹਦੇ ਨਾਲ ਸਿੱਖਾਂ ਦਾ ਜ਼ਿਆਦਾ ਵਧੀਆ ਭਲਾ ਹੋਊਗਾ। ਥੈਂਕ ਯੂ ਸੋ ਮਚ ਪਾਲੀ ਸਰ। ਲੇਕਿਨ ਗੱਲ ਅਲਟੀਮੇਟਲੀ ਆਪਾਂ ਹੀ ਕਨਕਲੂਡ ਕਰਾਂਗੇ ਕਿ ਜਥੇਦਾਰ ਸਾਹਿਬ ਸਾਡੇ ਅਕਾਲ ਤਖਤ, ਸ਼੍ਰੀ ਅਕਾਲ ਤਖਤ ਸਾਹਿਬ ਦੀ ਆਲੋਚਨਾ ਕਰਨਾ, ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨਾ ਸਾਡਾ ਬਿਲਕੁਲ ਵੀ ਇਹ ਮੰਤਵ ਨਹੀਂ ਸੀ, ਔਰ ਨਾ ਹੀ ਅਸੀਂ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਕੁਝ ਕੁ ਵਿਚਾਰ ਓਪਨ ਐਂਡਸ ਤੇ ਲਿਆ ਕੇ ਤੁਹਾਡੇ ਲਈ ਛੱਡ ਦਿੱਤੇ ਆ, ਉਹਦੇ ਵਿੱਚ ਤੁਸੀਂ ਵੀ ਭਾਗੀਦਾਰ ਬਣੋ, ਆਪਣੇ ਕਮੈਂਟ ਦਿਓ। ਥੋੜਾ ਜਿਹਾ ਸੈਂਸਿਟਿਵ ਮੁੱਦਾ ਹੈ, ਸੋ ਭਾਸ਼ਾ ਦਾ ਧਿਆਨ ਰੱਖਣਾ ਆਪਣੇ ਲਈ ਜ਼ਰੂਰੀ ਬਣ ਜਾਂਦਾ। ਔਰ ਜਿੱਥੇ ਸਿੱਖਾਂ ਤੇ ਹਥਿਆਰਾਂ ਦੀ ਗੱਲ ਆ ਜਾਂਦੀ ਹੈ ਨਾ, ਆਪਾਂ 80ਵਾਂ ਦਹਾਕਾ ਜਾਣਦੇ ਹਾਂ, ਆਪਾਂ ਪੜ੍ਹਿਆ ਆ। ਸੋ ਇੱਕ ਡਰ ਲੱਗਦਾ ਕਿ ਕਿਤੇ ਉਹ ਵਾਲਾ ਸਮਾਂ ਜਿਹਦੇ ਵਿੱਚ ਆਪਣੀਆਂ ਲੀਡਰਸ਼ਿਪ ਖੋ ਦਿੱਤੀ, ਆਪਾਂ ਆਪਣੀਆਂ ਪੀੜ੍ਹੀਆਂ ਖੋ ਦਿੱਤੀਆਂ, ਉਹ ਦੁਬਾਰਾ ਨਾ ਆ ਜਾਏ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਦੇ ਲਈ।